ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਟੀਵੀ ਪੰਜਾਬ ਦੇ ਖਾਸ ਪ੍ਰੋਗਰਾਮ ਨਿਊਜ਼ ਦੈਟ ਮੈਟਰਸ ਵਿੱਚ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਟੁੱਟ ਤੇ ਇਸ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਜਸਵੀਰ ਜੀ। ਜਸਵੀਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। शुक्रिया मनदीप जी। और टीवी पंजाब देखने वाले तमाम व्यूवर्स ਨੂੰ सत श्री अकाल, आदाब, नमस्कार। ਅੱਛਾ ਜਸਵੀਰ ਜੀ, ਕੋਵਿਡ ਦੇ ਕੇਸ ਕੈਨੇਡਾ 'ਚ ਲਗਾਤਾਰ ਵੱਧ ਰਹੇ ਨੇ ਤੇ ਮਰਨ ਵਾਲਿਆਂ ਦੀ ਗਿਣਤੀ ਅੱਜ 10,000 ਤੋਂ ਟੱਪ ਗਈ ਆ, ਪਰ ਸਿਆਸਤ ਹਾਲੇ ਵੀ ਗਰਮ ਆ ਤੇ ਲੋਕ ਥੋੜੇ ਠੰਡੇ ਆ। ਇੱਧਰ ਕੀ ਮਾਹੌਲ ਆ? इधर हालात ये ने कि दावे ये किए जा रहे मनदीप जी कि कोविड का असर जिहड़ा हुण दिन ब दिन घट रहा आ। ये भी दावा आ कि 500 तो घट मौतां जिहड़ियां पहलां रोजाना वध हुंदियां सीगियां हुण घट होणियां शुरू हो गईयां ने। हौली हौली प्रकोप जिहड़ा वो घटदा पिया आ। और इहदे नाल इस गल की चिंता जिहड़ी है ये भी हो रही है कि जदों दूजा दौर शुरू होएगा, सैकंड वेव जिहनूं कहिंदे आ, दूजा दौर सर्दियां दे मौसम दे विच जे शुरू होया करोना दा, ते उहनूं लैके किदां दीयां तैयारियां ने, इदां दी कोई चर्चा, कोई जिक्र जिहड़ा वो मिलदा नज़र नहीं आ रहा। सो परिस्थितियां कुल मिला के इधरले पासे तो इहो जिहियां ने। हुण नाल मैं भी पुछ लैना कि सवाल इधर बिहार दे विच जिहड़ा वोटिंग होण जा रही और उस वोटिंग दे विच दा ते लगी हुई है किस्मत भारतीय जनता पार्टी दी ते लालू दी पार्टी ते नाल दी नाल नीतीश कुमार हुण एक बार फिर मुख मंत्री बनदे जां नहीं बनदे ਉਹਦੇ ਉੱਤੇ ਵੀ ਨਜ਼ਰ ਜਿਹੜੀ ਉਹ ਬਣੀ ਰਹੇਗੀ। ਇੱਧਰ ਅਮਰੀਕਾ ਦੇ ਵਿੱਚ ਵੀ ਚੁਣਾਵੀ ਮਾਹੌਲ ਖਾਸਾ ਭਖਿਆ ਹੋਇਆ ਤੇ ਪਤਾ ਲੱਗਾ ਕਿ ਕੈਨੇਡਾ ਦੇ ਵਿੱਚ ਵੀ ਜ਼ਿਮਨੀ ਚੋਣ ਜਿਹੜੀ ਆ ਹੋਈ ਆ, ਬਾਈਪੋਲ ਹੋਈ ਆ 2 ਸੀਟਾਂ ਦੇ ਉੱਤੇ ਟੋਰਾਂਟੋ 'ਚ। ਜੀ ਬਿਲਕੁਲ, ਅਮਰੀਕਾ ਵਿੱਚ ਤਾਂ ਸਿਆਸਤ ਇਸ ਵਕਤ ਪੂਰੀ ਭਖੀ ਹੋਈ ਆ ਜੀ, ਕਿਉਂਕਿ ਹੁਣ ਤਾਂ ਸਿਰਫ 5-6 ਦਿਨ ਰਹਿ ਗਏ ਨੇ। 3 ਨਵੰਬਰ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਤੇ ਨਵਾਂ ਰਾਸ਼ਟਰਪਤੀ ਉਸ ਮੁਲਕ ਨੂੰ ਮਿਲ ਜਾਣਾ ਹੈ। ਸੋ ਉਸ ਤੋਂ ਬਾਅਦ ਕੀ ਘਟਨਾਕ੍ਰਮ ਹੋਣੇ ਨੇ, ਦਿਲਚਸਪੀ ਬਹੁਤ ਜ਼ਿਆਦਾ ਬਣੀ ਆ। ਜੇਕਰ ਟਰੰਪ ਜਿੱਤਦੇ ਨੇ ਤਾਂ ਵੀ ਇੱਕ ਵੱਡੀ ਜਿਹੜੀ ਆ ਘਟਨਾ ਹੋਊਗੀ, ਕਿਉਂਕਿ ਇਹੋ ਜਿਹਾ ਮੁਸ਼ਕਿਲ ਹਾਲਾਤਾਂ ਤੋਂ ਬਾਅਦ ਜਿੱਤ ਇੱਕ ਵੱਡੀ ਗੱਲ ਆ। ਤੇ ਜੇ ਜੋ ਬਾਈਡਨ ਕਿਤੇ ਜਿੱਤ ਗਏ ਤਾਂ ਫਿਰ ਟਰੰਪ ਸਾਹਿਬ ਕੁਰਸੀ ਛੱਡਦੇ ਨੇ ਜਾਂ ਅੜ ਜਾਂਦੇ ਨੇ, ਇਹ ਇੱਕ ਵੱਖਰੀ ਦਿਲਚਸਪੀ ਹੋਵੇਗੀ। ਦੂਜੇ ਪਾਸੇ ਜਿਹੜੀ ਕੈਨੇਡਾ ਦੀ ਤੁਸੀਂ ਗੱਲ ਕੀਤੀ ਕਿ ਟੋਰਾਂਟੋ ਦੇ ਵਿੱਚ 2 ਸੀਟਾਂ ਉੱਤੇ ਬਾਈ ਇਲੈਕਸ਼ਨ ਹੋਈ ਸੀ ਜੀ, ਇੱਕ ਟੋਰਾਂਟੋ ਸੈਂਟਰ ਦੀ ਸੀਟ ਉੱਤੇ, ਇੱਕ ਯਾਰਕ ਸੈਂਟਰ ਦੀ ਸੀਟ ਉੱਤੇ। ਹਾਲਾਂਕਿ ਦੋਵੇਂ ਸੀਟਾਂ ਜਿਹੜੀਆਂ ਵਾ ਉਹ ਲਿਬਰਲ ਦੇ ਖਾਤੇ ਪੈ ਗਈਆਂ, ਪਹਿਲਾਂ ਵੀ ਉਹਨਾਂ ਦੇ ਖਾਤੇ ਸੀ, ਪਰ ਲੜਾਈ ਬਹੁਤ ਔਖੀ ਹੋਈ ਆ ਜੀ। ਉੱਥੇ ਇੱਕ ਸੀਟ ਤੋਂ ਮਹਿਜ 700 ਵੋਟਾਂ ਦੇ ਫਰਕ ਨਾਲ ਜਸਟਿਨ ਟਰੂਡੋ ਹੋਣਾ ਦੇ ਉਮੀਦਵਾਰ ਜਿੱਤੇ ਨੇ, ਜਿਹਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਸਾਡੇ ਲਈ ਹੌਸਲਾ ਵਧਾਉਣ ਵਾਲੀ ਗੱਲ ਆ ਕਿ ਜਿਹੜੀਆਂ ਜਸਟਿਨ ਟਰੂਡੋ ਹੋਣਾ ਦੀਆਂ ਜਿਹੜੀਆਂ ਪੱਕੀਆਂ ਸੀਟਾਂ ਨੇ ਲਿਬਰਲ ਦੀਆਂ, ਉੱਥੇ ਵੀ ਜਿਹੜਾ ਵਾ ਇੰਨਾ ਫਸਵਾਂ ਮੁਕਾਬਲਾ ਸੀ ਦੇਣ 'ਚ ਕਾਮਯਾਬ ਹੋਇਆ, ਜਿਸ ਤੋਂ ਇਸ਼ਾਰਾ ਮਿਲਦਾ ਕਿ ਹੁਣ ਆਉਣ ਵਾਲੇ ਦਿਨ ਜਿਹੜੇ ਆ ਜਸਟਿਨ ਟਰੂਡੋ ਹੋਣੇ ਬੇਹੱਦ ਔਖੇ ਹੋਣਗੇ। ਹਾਲਾਂਕਿ ਵੋਟਿੰਗ ਵੀ ਉੱਥੇ ਬਹੁਤ ਘੱਟ ਹੋਈ ਸੀ, ਪਰ ਇਹਦੇ ਬਾਵਜੂਦ ਵੀ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਸਾਡਾ ਹੌਸਲਾ ਜਿਹੜਾ ਬੁਲੰਦ ਆ। ਖੈਰ ਜਸਵੀਰ ਜੀ, ਭਾਰਤ ਦੀ ਤੁਸੀਂ ਗੱਲ ਕੀਤੀ ਤੇ ਸਮੇਂ ਤੇ ਇਹ ਦੇਖ ਲਓ ਤੁਸੀਂ ਕਿਹੋ ਜਿਹਾ ਸਮਾਂ ਆ ਕਿ 500 ਤੋਂ ਜੇਕਰ ਘੱਟ ਮੌਤਾਂ ਹੁੰਦੀਆਂ ਨੇ ਤਾਂ ਇਹ ਵੀ ਇੱਕ ਪ੍ਰਾਪਤੀ ਮੰਨੀ ਜਾ ਰਹੀ ਆ। ਹਾਲਾਂਕਿ ਇਹ ਵੀ ਜਿਹੜਾ ਨੁਕਸਾਨ ਹੋ ਰਿਹਾ ਬਹੁਤ ਵੱਡਾ ਆ। ਪਰ ਆਪਾਂ ਪੰਜਾਬ ਦੀ ਸਿਆਸਤ ਵੱਲ ਆਉਂਦੇ ਆ, ਕਿਉਂਕਿ ਗੱਲਾਂ ਬਹੁਤ ਨੇ ਕਰਨ ਵਾਲੀਆਂ। ਕਿਸਾਨੀ ਸੰਘਰਸ਼ 'ਤੇ ਵੀ ਕਰਾਂਗੇ। ਜਿਹੜੇ ਕੈਪਟਨ ਸਾਹਿਬ ਦੇ ਬੇਟੇ ਨੇ, ਜਿਹੜੀ ਮੋਦੀ ਸਾਹਿਬ ਦੀ ਕਾਲ ਆਈ ਸੀ ਈਡੀ ਦੀ ਤੇ ਉਹਦੇ ਅੱਗੇ ਉਹ ਪੇਸ਼ ਨਹੀਂ ਹੋਏ, ਗੱਲ ਉਹਦੀ ਵੀ ਕਰਾਂਗੇ। ਪਰ ਸਭ ਤੋਂ ਪਹਿਲੀ ਗੱਲ ਮੈਂ ਕਹਿੰਦਾ ਤੁਸੀਂ ਇਹਦੇ ਬਾਰੇ ਜ਼ਿਕਰ ਕਰੋ ਕਿ ਪਹਿਲਾਂ ਤਾਂ ਖੇਤੀ ਕਾਨੂੰਨ ਲਾਗੂ ਕੀਤੇ ਗਏ ਜੋ ਕਿ ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਕਿਸਾਨੀ ਉੱਤੇ ਇੱਕ ਵੱਡਾ ਮਾਰ ਨੇ। ਉਸ ਤੋਂ ਬਾਅਦ ਜਿਹੜੀਆਂ ਰੇਲਾਂ ਰੋਕੀਆਂ ਗਈਆਂ, ਮਾਲ ਗੱਡੀਆਂ ਦਾ ਜਿਹੜਾ ਉਹ ਜਵਾਬ ਦੇ ਦਿੱਤਾ ਕੇਂਦਰ ਹੋਣਾ ਨੇ। ਉਸ ਤੋਂ ਬਾਅਦ ਵੀ ਜਿਹੜਾ ਇੱਕ ਵੱਡਾ ਹਮਲਾ ਮੰਨਿਆ ਗਿਆ। ਹੁਣ ਸੋਚਿਆ ਕਿ ਜਿਹੜੇ ਫੰਡ ਆ ਕੋਈ ਉਹ ਵੀ ਰੋਕ ਲਏ ਗਏ ਨੇ। ਦਰਅਸਲ ਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਆਰਥਿਕ ਰੂਪ ਦੇ ਵਿੱਚ ਵੀ ਪੰਜਾਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨੂੰ ਸਿਆਸੀ ਤੌਰ ਤੇ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸੁਨੇਹਾ ਕੇਂਦਰ ਵੱਲੋਂ ਮੈਨੂੰ ਲੱਗਦਾ ਕਿ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਸਾਡੀਆਂ ਗੱਲਾਂ ਮੰਨ ਲਓ, ਸਾਡੇ ਕਾਨੂੰਨਾਂ ਨੂੰ ਲਾਗੂ ਕਰ ਲਓ, ਨਹੀਂ ਤਾਂ ਫਿਰ ਇੱਕ ਕਰਕੇ ਕੱਲੀ ਤੁਹਾਡੀ ਬਾਂਹ ਨਹੀਂ ਮਰੋੜਾਂਗੇ, ਧੌਣ ਤੇ ਗੋਡਾ ਵੀ ਰੱਖਾਂਗੇ, ਤੁਹਾਡੀਆਂ ਲੱਤਾਂ ਵੀ ਮਰੋੜਾਂਗੇ ਤੇ ਇਸ ਤਰੀਕੇ ਨਾਲ ਤੁਹਾਡਾ ਸਾਹ ਲੈਣਾ ਵੀ ਔਖਾ ਕਰ ਦੇਵਾਂਗੇ ਜੀ। ਜ਼ਿਕਰ ਚੱਲਿਆ, ਤੁਸੀਂ ਦੱਸਿਆ ਕੁਝ ਚੀਜ਼ਾਂ ਕਿ ਕੇਂਦਰੀ ਖੇਤੀ ਕਾਨੂੰਨ ਜਿਹੜੇ ਆ ਉਹ ਪਾਸ ਕੀਤੇ ਗਏ ਆ ਤੇ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਚੱਲਦੀ ਆ। ਬਿਜਲੀ ਸੋਧ ਬਿੱਲ 2020 ਜਿਹੜਾ ਆ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਕਿ ਬਿਜਲੀ ਸੰਬੰਧੀ ਤਾਕਤਾਂ ਜਿਹੜੀਆਂ ਪਹਿਲਾਂ ਸੂਬਾ ਸਰਕਾਰ ਦੇ ਕੋਲ ਸੀਗੀਆਂ ਉਹ ਫਿਰ ਇਸ ਤੋਂ ਬਾਅਦ ਕੇਂਦਰ ਸਰਕਾਰ ਕੋਲ ਚਲੀਆਂ ਜਾਣਗੀਆਂ। ਇਹਦੇ ਨਾਲ ਖੇਤੀ ਨੂੰ ਸੰਬੰਧਿਤ ਜਿਹੜੀਆਂ ਚੀਜ਼ਾਂ ਕੇਂਦਰ ਸਰਕਾਰ ਦੇ ਕੋਲ ਤਾਕਤਾਂ ਚਲੇ ਜਾਣੀਆਂ, ਜਿਹਦਾ ਵਿਰੋਧ ਹੋ ਰਿਹਾ, ਜਿਹਦੇ
ਵਿਰੋਧ ਦੇ ਵਿੱਚ ਵੱਡਾ ਅੰਦੋਲਨ ਕਿਸਾਨ ਜਥੇਬੰਦੀਆਂ ਇਸ ਵੇਲੇ ਭਖਾਈ ਬੈਠੀਆਂ ਨੇ। ਇਹਦੇ ਤੋਂ ਬਾਅਦ ਆਪਾਂ ਕੱਲ ਹੀ ਚਰਚਾ ਕੀਤੀ ਹੈ ਕਿ ਕੇਂਦਰ ਦੇ ਵੱਲੋਂ ਹੁਣ ਪਰਾਲੀ ਨੂੰ ਸਾੜਨ ਨੂੰ ਲੈ ਕੇ ਵੀ ਇੱਕ 3-4 ਦਿਨਾਂ ਦੇ ਵਿੱਚ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ। ਸੁਪਰੀਮ ਕੋਰਟ ਦੇ ਵਿੱਚ ਇਸ ਸੰਬੰਧੀ ਜਵਾਬ ਦਾਇਰ ਕੀਤਾ ਆ ਸਰਕਾਰ ਨੇ। ਹੁਣ ਉਹ ਕਾਨੂੰਨ ਕਿਸਾਨਾਂ ਦੀ ਬਾਂਹ ਫੜਨ ਵਾਲਾ ਹੋਏਗਾ ਜਾਂ ਬਾਂਹ ਮਰੋੜਨ ਵਾਲਾ ਹੋਏਗਾ, ਇਹਦੇ ਬਾਰੇ ਨਹੀਂ ਅਜੇ ਕੁਝ ਕਿਹਾ ਜਾ ਸਕਦਾ। ਇਸ ਸਭ ਦੇ ਦਰਮਿਆਨ ਹੁਣ ਇੱਕ ਨਵਾਂ ਫਰਮਾਨ ਆਉਂਦਾ ਨਜ਼ਰ ਆ ਰਿਹਾ ਹੈ। ਪਤਾ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਹੁਣ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀਗਾ ਪੰਜਾਬ ਸਰਕਾਰ ਦਾ, ਉਹ ਬੰਦ ਕਰਨ ਦੀ ਤਿਆਰੀ ਕਰ ਰਹੀ ਆ, ਉਹ ਰੋਕਣ ਦੀ ਤਿਆਰੀ ਕਰੀ ਬੈਠੀ ਆ। ਹੁਣ ਇਹ ਫੰਡ ਕਿੱਦਾਂ ਆਉਂਦਾ ਆ? ਆਪਾਂ ਸਾਰੇ ਜਣੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਫਸਲਾਂ ਦੀ ਖਰੀਦ ਹੁੰਦੀ ਆ। ਹੁਣ ਮੰਡੀਆਂ ਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਟੈਕਸ ਲਗਾਏ ਹੋਏ ਆ, ਜਿਨ੍ਹਾਂ ਟੈਕਸਾਂ ਦੇ ਨਾਲ ਪੰਜਾਬ ਨੂੰ ਲਗਭਗ ਕਹਿ ਸਕਦੇ ਆ ਚੰਗਾ ਮੁਨਾਫਾ ਵੀ ਹੁੰਦਾ ਆ, ਔਰ ਉਸ ਟੈਕਸ ਦਾ ਖਰਚਾ ਜਿਹੜਾ ਆ ਉਹ ਰੂਰਲ ਡਿਵੈਲਪਮੈਂਟ ਦੇ ਉੱਤੇ ਕੀਤਾ ਜਾਂਦਾ। ਹੁਣ ਇਹ ਟੈਕਸ ਕਿਹੜੇ ਕਿਹੜੇ ਨੇ? 3% ਜੇ ਕੋਈ ਮੰਡੀ 'ਚ ਫਸਲ ਜਿਹੜੀ ਖਰੀਦਦਾ ਆ ਉਹਨੂੰ 3% ਜਿਹੜੀ ਆ ਮਾਰਕੀਟ ਫੀਸ ਦੇਣੀ ਪੈਂਦੀ ਆ। 3% ਹੀ ਜਿਹੜੀ ਆ ਰੂਰਲ ਡਿਵੈਲਪਮੈਂਟ ਫੰਡ ਆ ਉਹ ਦੇਣਾ ਪੈਂਦਾ ਆ। ਇਹਦੇ ਨਾਲ ਨਾਲ 2.5% ਆੜਤ ਵੀ ਲੱਗੀ ਹੋਈ ਹੈ। ਕੇਂਦਰ ਸਰਕਾਰ ਦਾ ਕਾਨੂੰਨ ਕੀ ਕਹਿੰਦਾ ਹੈ? ਕਿਤਿਓਂ ਵੀ ਖਰੀਦ ਕੀਤੀ ਜਾ ਸਕਦੀ ਹੈ। ਹੁਣ ਇਹ ਜਿਹੜੀ ਹੈ ਤਕਰੀਬਨ 8.5% ਟੈਕਸ ਆ। ਨਿੱਜੀ ਕੰਪਨੀਆਂ ਉਹਦੇ ਤੋਂ ਤਾਂ ਛੋਟ ਚਾਹੁੰਦੀਆਂ ਸੀਗੀਆਂ, ਬਾਹਰ ਖਰੀਦ ਲੈਣਗੀਆਂ। ਹੁਣ ਜਦੋਂ ਉਹ ਚੀਜ਼ਾਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੇਂਦਰ ਸਰਕਾਰ ਦੇ ਵੱਲੋਂ ਸੁਨੇਹਾ ਆ ਰਿਹਾ ਹੈ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ, ਕਿਉਂਕਿ ਹੁੰਦਾ ਕੀ ਸੀ ਕੇਂਦਰ ਦੇ ਵਾਸਤੇ, ਕਿਉਂਕਿ ਇਹ ਟੈਕਸ ਉਹਨਾਂ ਨੂੰ ਲੱਗਦਾ ਜਿਹੜੇ ਫਸਲ ਖਰੀਦਦੇ ਆ। ਫਸਲ ਕੌਣ ਖਰੀਦਦਾ ਸੀ? ਕੇਂਦਰ ਸਰਕਾਰ ਦੇ ਲਈ ਕੇਂਦਰੀ ਖਰੀਦ ਏਜੰਸੀਆਂ ਫਸਲ ਖਰੀਦਦੀਆਂ ਸੀਗੀਆਂ, ਬਿੱਲ ਭੇਜੇ ਜਾਂਦੇ ਸੀਗੇ ਇਸ ਸੰਬੰਧੀ। ਕੇਂਦਰ ਸਰਕਾਰ ਇਹ ਫੰਡ ਫਿਰ ਪੰਜਾਬ ਸਰਕਾਰ ਨੂੰ ਭੇਜਦੀ ਸੀ। ਹੁਣ ਜੇ ਰੂਰਲ ਡਿਵੈਲਪਮੈਂਟ ਫੰਡ ਕੇਂਦਰ ਸਰਕਾਰ ਵੱਲੋਂ ਰੋਕ ਦਿੱਤਾ ਜਾਂਦਾ ਹੈ ਤੇ ਪੰਜਾਬ ਸਰਕਾਰ ਨੂੰ 1050 ਕਰੋੜ ਰੁਪਏ ਦਾ ਸਿੱਧੇ ਤੌਰ ਤੇ ਨੁਕਸਾਨ ਜਿਹੜਾ ਉਹ ਹੋਣਾ ਆ। ਇਹ ਬਹੁਤ ਲੰਬੇ ਸਮੇਂ ਤੋਂ ਗੱਲ ਚੱਲਦੀ ਆ ਰਹੀ ਹੈ ਕਿ ਕੇਂਦਰ ਸਰਕਾਰ ਇਸ ਰੂਰਲ ਡਿਵੈਲਪਮੈਂਟ ਫੰਡ ਨੂੰ ਕੰਸੋਲੀਡੇਸ਼ਨ ਫੰਡ ਦੇ ਵਿੱਚ ਜਿਹੜਾ ਉਹ ਤਬਦੀਲ ਕਰਨਾ ਚਾਹੁੰਦੀ ਹੈ ਤਾਂ ਕਿ ਹੱਕ ਅਧਿਕਾਰ ਕੇਂਦਰ ਕੋਲ ਜਿਹੜੇ ਆ ਉਹ ਆ ਜਾਣ। ਹੁਣ ਇੱਥੇ ਕੀ ਹੈ, ਇਸ ਫੰਡ ਦਾ ਇਸਤੇਮਾਲ ਕਿੱਥੇ ਕੀਤਾ ਜਾਂਦਾ ਸੀ ਪੰਜਾਬ ਸਰਕਾਰ ਵੱਲੋਂ? ਜਾਂ ਮੰਡੀਆਂ ਦੀ ਬਿਹਤਰੀ ਲਈ ਖਰਚ ਕੀਤਾ ਜਾਂਦਾ ਸੀ, ਮੰਡੀਆਂ ਤੇ ਖਰਚਿਆ ਜਾਂਦਾ ਸੀ, ਜਾਂ ਫਿਰ ਪਿੰਡਾਂ ਥਾਵਾਂ ਦੀਆਂ ਜਿਹੜੀਆਂ ਸੜਕਾਂ ਸੀ, ਲਿੰਕ ਰੋਡ ਜਿਹੜੇ ਸੀਗੇ ਉਹਨਾਂ ਨੂੰ ਬਣਾਉਣ ਦੇ ਉੱਤੇ ਇਸ ਫੰਡ ਦਾ ਇਸਤੇਮਾਲ ਕੀਤਾ ਜਾਂਦਾ ਸੀ। ਹੁਣ ਕੇਂਦਰ ਸਰਕਾਰ ਇਹਨੂੰ ਰੋਕਣ ਦੀਆਂ ਤਿਆਰੀਆਂ ਕਰਦੀ ਆ, ਕੀ ਕਹਿ ਕੇ ਕਿ ਇਹ ਫੰਡ ਜਿਹੜਾ ਆ ਉਹ ਠੀਕ ਤਰੀਕੇ ਨਾਲ ਸਰਕਾਰਾਂ ਵੱਲੋਂ ਖਰਚਿਆ ਨਹੀਂ ਜਾ ਰਿਹਾ। ਪਿਛਲੇ 5 ਸਾਲ ਦੀ ਗੱਲ ਕੀਤੀ ਜਾ ਰਹੀ ਹੈ ਕਿ 5 ਸਾਲ ਦੇ ਵਿੱਚ ਇਹ ਫੰਡ ਠੀਕ ਤਰੀਕੇ ਨਾਲ ਸਰਕਾਰ ਨੇ ਖਰਚਿਆ ਹੀ ਨਹੀਂ ਹੈ। ਇਸ ਕਰਕੇ ਅਸੀਂ ਇਸ ਫੰਡ ਨੂੰ ਰੋਕ ਦੇਣਾ ਹੈ। ਲੇਖਾ ਜੋਖਾ ਮੰਗਿਆ ਜਾਏਗਾ ਕਿ ਪਹਿਲਾਂ ਇਹ ਫੰਡ ਕਿਵੇਂ ਖਰਚਿਆ ਜਾ ਰਿਹਾ ਸੀਗਾ। ਸੋ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਪਹਿਲਾਂ ਕਦੀ ਵੀ ਇਸ ਫੰਡ ਨੂੰ ਰੋਕਣ ਦੀ ਗੱਲ ਨਹੀਂ ਚੱਲੀ। ਤੇ ਜੇ ਹੁਣ ਇਸ ਸਮੇਂ ਦੇ ਵਿੱਚ ਜਦੋਂ ਪੇਚ ਫਸਿਆ ਹੋਇਆ ਸੂਬਿਆਂ ਦਾ ਤੇ ਕੇਂਦਰ ਸਰਕਾਰ ਦਾ, ਜਦੋਂ ਪੇਚ ਫਸਿਆ ਹੋਇਆ ਆ ਪੰਜਾਬ ਦੇ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਨੂੰ ਨਾ ਲਾਗੂ ਕਰਨ ਦੇਣ ਸੰਬੰਧੀ ਤੇ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਬਿੱਲਾਂ ਦਾ, ਜਦੋਂ ਪੇਚ ਫਸਿਆ ਹੋਇਆ ਕੇਂਦਰ ਸਰਕਾਰ ਵੱਲੋਂ ਇਹ ਕਹਿਣਾ ਕਿ ਅਸੀਂ ਲਾਗੂ ਕਰਕੇ ਰਹਿਣਾ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਲਾਗੂ ਹੋਣ ਨਹੀਂ ਦੇਣਾ, ਪੰਜਾਬ ਸਰਕਾਰ ਵੀ ਕਹਿੰਦੀ ਕਿ ਲਾਗੂ ਹੋਣ ਨਹੀਂ ਦੇਣਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇਹ ਲੱਗਦਾ ਆ ਕਿ ਕੱਲਾ ਬਾਂਹ ਨਹੀਂ ਮਰੋੜੀ ਜਾ ਰਹੀ ਕੇਂਦਰ ਦੇ ਵੱਲੋਂ ਪੰਜਾਬ ਦੀ, ਬਲਕਿ ਧੌਣ ਤੇ ਗੋਡਾ ਰੱਖ ਕੇ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹੁਣ ਪੈਂਤੜਾ ਜਿਹੜਾ ਆ, ਇਹ ਦਾ ਜਿਹੜਾ ਆ ਕੇਂਦਰ ਸਰਕਾਰ ਦਾ ਚੱਲਦਾ ਆ ਨਹੀਂ ਚੱਲਦਾ, ਇਹਦੇ ਵਿੱਚ ਕਿਤੇ ਹੋਰ ਕੋਈ ਬਦਲ ਨਜ਼ਰ ਆਉਂਦਾ ਆ ਜਾਂ ਫਿਰ ਕਿਸਾਨ ਅੰਦੋਲਨ ਹੋਰ ਤਿੱਖੇ ਰੂਪ ਦੇ ਵਿੱਚ ਹੁੰਦਾ ਆ, ਪੰਜਾਬ ਸਰਕਾਰ ਥੋੜਾ ਜਿਹਾ ਹੋਰ ਬਾਗੀ ਸੁਰਾਂ ਅਪਣਾਉਂਦੀ ਹੈ ਤੇ ਇਹਦੇ ਨਾਲ ਟਕਰਾਅ ਵੱਧਦਾ ਆ। ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਜਿਵੇਂ ਇੱਕ ਇੱਕ ਕਰਕੇ ਨਵੇਂ ਕਾਨੂੰਨ ਆ ਰਹੇ ਆ, ਪੰਜਾਬ ਦੇ ਫੰਡ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮਾਲ ਗੱਡੀਆਂ ਰੋਕ ਕੇ ਵੀ ਪੰਜਾਬ ਨੂੰ ਆਰਥਿਕ ਰੂਪ ਦੇ ਵਿੱਚ ਢਾਹ ਲਾਈ ਗਈ ਹੈ, ਕਿਉਂਕਿ ਅਸੀਂ ਸਾਰੇ ਜਣੇ ਜਾਣਦੇ ਹਾਂ ਕਿ ਮਾਲ ਗੱਡੀਆਂ ਰੋਕਣ ਦਾ ਕਰਕੇ ਨਹੀਂ ਚੱਲੀਆਂ ਮਾਲ ਗੱਡੀਆਂ ਨਾ, ਪੰਜਾਬ ਦੇ ਵਪਾਰੀਆਂ ਨੂੰ ਲਗਭਗ 1 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਆ, ਕਿਉਂਕਿ ਲੁਧਿਆਣੇ ਦੀ ਹੌਜ਼ਰੀ ਇੰਡਸਟਰੀ, ਸਾਈਕਲ ਇੰਡਸਟਰੀ, ਜਲੰਧਰ ਦੀ ਸਪੋਰਟਸ ਇੰਡਸਟਰੀ, ਅੰਮ੍ਰਿਤਸਰ ਦੀ ਕੱਪੜਾ ਜਿਹੜੀ ਇੰਡਸਟਰੀ ਹੈ, ਉਹ ਸਾਰੀਆਂ ਦਾ ਮਾਲ ਬਣਿਆ ਪਿਆ, ਕੱਚਾ ਮਾਲ ਆ ਨਹੀਂ ਰਿਹਾ, ਬਣਿਆ ਹੋਇਆ ਮਾਲ ਕਿਤੇ ਜਾ ਨਹੀਂ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਲਗਭਗ 1 ਲੱਖ ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦੇ ਵਪਾਰੀਆਂ ਨੂੰ ਹੋਇਆ। ਇੰਡਸਟਰੀ ਪਹਿਲਾਂ ਹੀ ਪਲਾਇਨ ਕਰ ਚੁੱਕੀ ਹੈ ਪੰਜਾਬ ਤੋਂ। ਉਹਨਾਂ ਹਾਲਾਤਾਂ ਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਸਕਦੇ ਹਾਂ ਕਿ ਸੂਬਿਆਂ ਦੇ ਲਈ ਮੁਸ਼ਕਲ ਹੋ ਜਾਏਗਾ, ਪੰਜਾਬ ਲਈ ਹੋਰ ਜ਼ਿਆਦਾ ਮੁਸ਼ਕਲ ਹੋ ਜਾਏਗਾ, ਕਿਉਂਕਿ RBI ਦੀ ਇੱਕ ਰਿਪੋਰਟ ਆਈ ਹੈ, ਉਹ ਕਹਿੰਦੇ ਮਹਾਮਾਰੀਆਂ ਪਹਿਲਾਂ ਵੀ ਬਹੁਤ ਆਈਆਂ ਨੇ,
ਆਰਥਿਕ ਤੌਰ ਤੇ ਪਹਿਲਾਂ ਵੀ ਮੁਲਕ ਨੂੰ ਨੁਕਸਾਨ ਹੋਇਆ, ਪਰ ਕੋਵਿਡ ਦਾ ਕਰਕੇ ਸੂਬਿਆਂ ਦੀ ਹਾਲਤ ਬਹੁਤ ਜ਼ਿਆਦਾ ਪਤਲੀ ਹੋਣ ਵਾਲੀ ਹੈ। ਉਹਨਾਂ ਹਾਲਾਤਾਂ ਦੇ ਵਿੱਚ ਜੇ ਕੇਂਦਰ ਦੇ ਇਦਾਂ ਦੇ ਫੰਡ ਰੋਕ ਦਿੱਤੇ ਜਾਣਗੇ, ਜੇ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ, ਉਹ ਕਹਿੰਦੇ ਹੁੰਦੇ ਨਾ ਕਿ ਅੱਖ ਮੇਰੀ ਯਾਰ ਦੀ ਦੁਖੇ ਤੇ ਲਾਲੀ ਮੇਰੀਆਂ ਅੱਖਾਂ ਦੇ ਵਿੱਚ ਰੜ ਕੇ, ਵੀ ਜੇ ਅਡਾਨੀਆਂ ਅਬਾਨੀਆਂ ਦੇ ਗਡਾਊਨਾਂ ਤੱਕ ਤੇ ਥਰਮਲ ਪਲਾਂਟਾਂ ਤੱਕ ਨਹੀਂ ਮਾਲ ਗੱਡੀਆਂ ਜਾਣ ਦੇਣੀਆਂ ਤੇ ਅਸੀਂ ਬਾਕੀ ਕਿਸੇ ਪਾਸੇ ਵੀ ਨਹੀਂ ਜਾਣ ਦੇਣੀ। ਸੋ ਉਹਨਾਂ ਹਾਲਾਤਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਜਿਹੜਾ ਆ ਉਹ ਇੱਕ ਤਰੀਕੇ ਨਾਲ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੱਚੀਓ ਹੀ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਬਗਾਵਤ ਉੱਠੀ ਹੈ ਉਹਦਾ ਕਰਕੇ ਕੀਤਾ ਜਾ ਰਿਹਾ ਹੈ, ਜਾਂ ਇਹਨੂੰ ਲੈ ਕੇ ਵਿਉਂਤਬੰਦੀ ਪਹਿਲਾਂ ਹੀ ਕੀਤੀ ਗਈ ਸੀ ਕੇਂਦਰ ਸਰਕਾਰ ਵੱਲੋਂ, ਇਹ ਫਿਲਹਾਲ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਘੱਟੋ ਘੱਟ ਇਸ ਵੇਲੇ ਸਥਿਤੀਆਂ ਇਹ ਨੇ ਕਿ ਕੇਂਦਰ ਸਰਕਾਰ ਹਰ ਨੁਕਤੇ ਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ, ਪੰਜਾਬ ਦੇ ਫੰਡਾਂ ਦੀ ਕਟੌਤੀ ਦੇ ਵਿੱਚ ਲੱਗਾ ਹੋਇਆ, ਜਿਹਦੇ ਨਾਲ ਆਰਥਿਕ ਤੌਰ ਤੇ ਪੰਜਾਬ ਬਹੁਤ ਪਛੜ ਸਕਦਾ ਹੈ, ਕਿਉਂਕਿ ਲਗਭਗ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜਿਆ ਹੋਇਆ। ਕਿਸਾਨੀ ਘਾਟੇਵੰਦ ਸੌਦਾ ਬਣ ਰਹੀ ਹੈ, ਬੇਰੋਜ਼ਗਾਰੀ ਹੱਦ ਦਰਜੇ ਦੀ ਹੈ, ਪੰਜਾਬ ਚੋਂ ਨੌਜਵਾਨੀ ਜਿਹੜੀ ਆ ਵਿਦੇਸ਼ਾਂ ਨੂੰ ਪਲਾਇਨ ਕਰ ਰਹੀ ਹੈ, ਬ੍ਰੇਨ ਡਰੇਨ ਹੋ ਰਿਹਾ, ਇੱਥੋਂ ਦਾ ਪੈਸਾ ਵਿਦੇਸ਼ਾਂ ਨੂੰ ਜਾ ਰਿਹਾ, ਕਿਉਂਕਿ ਵਿਦੇਸ਼ 'ਚ ਜਦੋਂ ਕੋਈ ਵਿਦਿਆਰਥੀ ਜਾਂਦਾ ਆ, ਪਹਿਲਾਂ ਕਮਾਈ ਕਰਨ ਜਾਂਦੇ ਸੀ ਉੱਥੇ ਵਿਦੇਸ਼ਾਂ 'ਚ ਤੇ ਪੈਸੇ ਇੱਧਰ ਨੂੰ ਭੇਜਦੇ ਸੀ, ਜਾਂ ਜਦੋਂ ਇੱਧਰ ਆਉਂਦੇ ਸੀ ਸ਼ਾਪਿੰਗ ਕਰਦੇ ਸੀ ਤੇ ਇੱਥੇ ਜਿਹੜਾ ਉਹ ਕਿਤੇ ਨਾ ਕਿਤੇ ਆਮਦ ਹੁੰਦੀ ਸੀ ਪੈਸੇ ਦੀ, ਜਦੋਂ ਆਪਣੇ ਪਰਿਵਾਰ ਨੂੰ ਭੇਜਦੇ ਸੀ। ਹੁਣ ਕੀ ਹੁੰਦਾ ਆ, ਵਿਦਿਆਰਥੀ ਬਾਹਰ ਜਾਂਦੇ ਆ ਤੇ ਉਹਨਾਂ ਦੀਆਂ ਫੀਸਾਂ ਇੱਧਰੋਂ ਜਾਂਦੀਆਂ ਨੇ। ਸੋ ਕੁੱਲ ਮਿਲਾ ਕੇ ਕਹਿ ਲਿਆ ਜਾਵੇ ਕਿ ਪੰਜਾਬ ਦੀ ਸਥਿਤੀ ਇਸ ਵੇਲੇ ਚਿੰਤਾਜਨਕ ਹੈ, ਤੇ ਇਸ ਸਥਿਤੀ ਦੇ ਵਿੱਚ ਕੇਂਦਰ ਸਰਕਾਰ ਜੇ ਇਦਾਂ ਦੇ ਕਦਮ ਪੁੱਟੇਗੀ ਤੇ ਸਾਫ਼ ਤੇ ਸਪਸ਼ਟ ਸੰਕੇਤ ਹੈ ਕਿ ਹੁਣ ਮੋਦੀ ਸਰਕਾਰ ਕਹਿੰਦੀ ਹੈ ਕਿ ਸਿੱਧੇ ਤਰੀਕੇ ਨਾਲ ਨਹੀਂ ਤੇ ਅਸੀਂ ਅਸਿੱਧੇ ਤਰੀਕੇ ਨਾਲ ਉਂਗਲ ਟੇਢੀ ਕਰਕੇ ਵੀ, ਜ਼ਬਰਦਸਤੀ ਵੀ, ਬਲ ਨਾਲ ਵੀ ਅਸੀਂ ਆਪਣੀ ਮਨਮਰਜ਼ੀ ਕਰਨੀ ਆ, ਆਪਣੇ ਕਾਨੂੰਨ ਲਾਗੂ ਕਰਵਾ ਕੇ ਰਹਿਣਾ। ਮਨਦੀਪ ਜੀ 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 ਬਿਲਕੁਲ। ਔਰ ਜਿਸ ਤਰ੍ਹਾਂ ਦੇ ਇਸ ਵਕਤ ਹਾਲਾਤ ਵੀ ਬਣੇ ਹੋਏ ਨੇ, ਔਰ ਜਿਸ ਤਰ੍ਹਾਂ ਦਾ ਕੇਂਦਰ ਸਰਕਾਰ ਦਾ ਰੁਖ ਹੈ, ਔਰ ਬਹੁਤ ਚਿੰਤਾਜਨਕ ਇਸ ਵਕਤ ਸਥਿਤੀ ਬਣੀ ਹੋਈ ਹੈ। ਪਰ ਦੂਜੇ ਪਾਸੇ ਕਿਸਾਨ ਵੀ ਆਪਣੀ ਅੜੀ ਉੱਤੇ ਡਟੇ ਹੋਏ ਨੇ, ਉਹਨਾਂ ਵੱਲੋਂ ਸੰਘਰਸ਼ ਵੀ ਲਗਾਤਾਰ ਜਾਰੀ ਹੈ। ਔਰ ਕੱਲ੍ਹ ਤੁਸੀਂ ਜ਼ਿਕਰ ਕੀਤਾ ਸੀ ਕਿ ਮੀਟਿੰਗ ਹੋਣ ਜਾ ਰਹੀ ਹੈ, ਉਹ ਮੀਟਿੰਗ ਹੋਈ ਹੈ ਤੇ ਹੁਣ ਇਸ ਸੰਘਰਸ਼ ਦੀ ਰੂਪਰੇਖਾ ਕਿਸ ਰੂਪ ਦੇ ਵਿੱਚ ਤੈਅ ਕੀਤੀ ਗਈ ਹੈ? ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਵਿਉਂਤਬੰਦੀ ਘੜ ਦਿੱਤੀ ਗਈ ਹੈ। ਪਹਿਲਾਂ ਤਾਂ ਪੰਜਾਬ ਦੇ ਵਿੱਚ ਹੀ ਧਰਨੇ ਪ੍ਰਦਰਸ਼ਨ ਹੁੰਦੇ ਸੀ, ਰੇਲਾਂ ਰੋਕੀਆਂ ਗਈਆਂ ਸੀ, ਹੁਣ ਇਹਨੂੰ ਥੋੜਾ ਹੋਰ ਫੈਲਾਓ ਦਿੱਤਾ ਜਾ ਰਿਹਾ। ਕੱਲ 250 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ, ਨੁਮਾਇੰਦੇ ਆਏ ਹੋਏ ਸੀਗੇ, ਔਰ ਉਸ ਮੀਟਿੰਗ ਦੇ ਵਿੱਚ ਇੱਕ ਤਾਂ ਬਿਜਲੀ ਸੋਧ ਬਿੱਲ 2020 ਜਿਹੜਾ ਆ ਉਹਦੀ ਵਿਰੋਧਤਾ ਕੀਤੀ ਗਈ, ਇਹਦੇ ਨਾਲ ਨਾਲ ਇਹਨਾਂ ਕੇਂਦਰੀ ਖੇਤੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ, ਔਰ ਇਹਨਾਂ ਦੇ ਵਿਰੋਧ ਦੇ ਵਿੱਚ ਬਕਾਇਦਾ ਜਿਹੜਾ ਆ ਇਹ ਐਲਾਨ ਕੀਤਾ ਗਿਆ ਕਿ 5 ਨਵੰਬਰ ਨੂੰ ਭਾਰਤ ਦੇ ਵਿੱਚ ਹਰ ਮੁੱਖ ਮਾਰਗ ਨੂੰ ਜਿਹੜਾ ਉਹ ਜਾਮ ਕਰ ਦਿੱਤਾ ਜਾਏਗਾ। ਚੱਕਾ ਜਾਮ ਦਾ ਐਲਾਨ ਕੀਤਾ ਗਿਆ। ਪੰਜਾਬ ਮਾਡਲ, ਪੰਜਾਬ ਫਾਰਮੂਲਾ ਜਿਹੜਾ ਆ ਉਹ ਇਸ ਰੋਸ ਪ੍ਰਦਰਸ਼ਨ ਦਾ ਮੁਲਕ ਭਰ ਦੇ ਵਿੱਚ ਲਾਗੂ ਕੀਤਾ ਜਾਵੇਗਾ। ਪੂਰੇ ਮੁਲਕ ਦੇ ਵਿੱਚ ਇਸ ਤਰੀਕੇ ਨਾਲ ਮੁੱਖ ਮਾਰਗ ਰੋਕੇ ਜਾਣਗੇ ਜਿਵੇਂ ਪੰਜਾਬ ਦੇ ਵਿੱਚ ਰੋਕੇ ਗਏ ਸੀਗੇ, ਔਰ ਇਸੇ ਤਰੀਕੇ ਨਾਲ ਹੁਣ ਅਗਲਾ ਜਿਹੜਾ ਪ੍ਰੋਗਰਾਮ ਇਹ ਵੀ ਮਿਥਿਆ ਗਿਆ ਕਿ 26 ਤੇ 27 ਨਵੰਬਰ ਨੂੰ ਚਲੋ ਦਿੱਲੀ ਪ੍ਰੋਗਰਾਮ ਦੇ ਤਹਿਤ ਦਿੱਲੀ ਦੇ ਵਿੱਚ ਜਾ ਕੇ ਕੂਚ ਕਰਕੇ ਦਿੱਲੀ ਵੱਲ ਨੂੰ ਜਿਹੜਾ ਉਹ ਉੱਥੇ ਜਾ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਕਿ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਜਿਹੜਾ ਕੀਤਾ ਜਾਏਗਾ, ਵਿਰੋਧ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਉਹ ਜਤਾਇਆ ਜਾਏਗਾ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਬਹੁਤ ਵੱਡਾ ਕਦਮ ਪੁੱਟਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ, ਔਰ ਜਿਸ ਤਰੀਕੇ ਨਾਲ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਰਹੀਆਂ ਨੇ ਇਸ ਸਭ ਨੂੰ ਲੈ ਕੇ, ਮੈਨੂੰ ਲੱਗਦਾ ਕਿ ਇਹਦਾ ਦਬਾਅ ਕੇਂਦਰ ਸਰਕਾਰ ਦੇ ਉੱਤੇ ਬਣੇਗਾ। ਹੁਣ ਇਸ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਇਹਨੂੰ ਰੋਕਣ ਦੇ ਲਈ ਕਿਹੜੀਆਂ ਵਿਉਂਤਬੰਦੀਆਂ ਘੜੀਆਂ ਜਾਂਦੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ, ਕਿਉਂਕਿ ਇਨ ਬਿਨ 2015 ਦੇ ਵਿੱਚ ਵੀ ਇਦਾਂ ਦੀਆਂ ਸਥਿਤੀਆਂ ਬਣੀਆਂ ਸੀਗੀਆਂ। ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਚਲਾਉਣ ਦੀ ਘੋਸ਼ਣਾ ਕੀਤੀ ਸੀਗੀ ਤੇ ਜਿੱਦਣ ਇਹ ਅੰਦੋਲਨ ਕਰਨਾ ਸੀ, ਇੱਕ ਰਾਤ ਪਹਿਲਾਂ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਸੀਗੀਆਂ ਕਿਸਾਨ ਆਗੂਆਂ ਦੀਆਂ, ਘਰਾਂ ਤੋਂ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੂੰ ਚੱਕ ਲਿਆ ਗਿਆ ਸੀਗਾ। ਹੁਣ ਇਸ ਅੰਦੋਲਨ ਤੋਂ ਪਹਿਲਾਂ ਸਰਕਾਰਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੋਏਗੀ, ਕਿੱਦਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ, ਇਹਦੇ ਉੱਤੇ ਨਜ਼ਰ ਜਿਹੜੀ ਆ ਉਹ ਰਹੇਗੀ। ਪਰ ਨਾਲ ਦੀ ਨਾਲ ਘੱਟੋ ਘੱਟ ਇੱਕ ਗੱਲ ਜ਼ਰੂਰ ਹੈ ਕਿ ਐਲਾਨ ਕਰ ਦਿੱਤਾ ਕਿਸਾਨ ਜਥੇਬੰਦੀਆਂ ਨੇ ਕਿ ਸੰਘਰਸ਼ ਹੁਣ ਪੂਰੇ ਮੁਲਕ ਦੇ ਵਿੱਚ ਫੈਲਦਾ ਨਜ਼ਰ ਆਏਗਾ, ਔਰ ਜਿੰਨਾ ਇਸ ਸੰਘਰਸ਼ ਦਾ ਫੈਲਾਅ ਹੋਏਗਾ ਉਨਾ ਹੀ ਦਬਾਅ ਬਣਦਾ ਵੀ ਨਜ਼ਰ ਆਏਗਾ। ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਤਾਂ ਕੱਲ ਕਹਿ ਦਿੱਤਾ ਆ ਕਿ ਜਿਸ ਤਰੀਕੇ ਦਾ ਇਸ ਵੇਲੇ ਮਾਹੌਲ ਬਣ ਰਿਹਾ ਆ, ਇਹ ਵੀ ਹੋ ਸਕਦਾ ਕਿ ਹਰਿਆਣੇ ਦੇ ਵਿੱਚ ਜਿਹੜਾ ਖੱਟੜ ਸਰਕਾਰ ਸਾਡੇ ਉੱਤੇ ਤਰ੍ਹਾਂ ਦੀਆਂ ਤੋਹਮਤਾਂ ਲਾ ਰਹੀ ਹੈ, ਬਿਆਨਬਾਜ਼ੀਆਂ ਕਰ ਰਹੀ ਹੈ, ਉਹ ਡਿੱਗਦੀ ਨਜ਼ਰ ਵੀ ਆਵੇ, ਕਿਉਂਕਿ ਚੌਟਾਲਿਆਂ ਦੇ ਉੱਤੇ ਦਬਾਅ ਖਾਸਾ ਵੱਧ ਰਿਹਾ ਆ ਇਸ ਕਿਸਾਨ ਅੰਦੋਲਨ ਦਾ। ਔਰ ਇਸ ਸਭ ਤੋਂ ਬਾਅਦ
5 ਨਵੰਬਰ ਦਾ ਬੰਦ ਜਿਹੜਾ ਆ ਉਹ ਕਿੰਨਾ ਸਫਲ ਹੁੰਦਾ ਹੈ, ਇਹਦੇ ਉੱਤੇ ਵੀ ਨਿਰਭਰ ਕਰੇਗਾ ਕਿ 26 ਤੇ 27 ਤਰੀਕ ਨੂੰ ਜਿਹੜਾ ਚਲੋ ਦਿੱਲੀ ਪ੍ਰੋਗਰਾਮ ਆ ਉਹਨੂੰ ਕਿੰਨਾ ਕੁ ਹੁੰਗਾਰਾ ਮਿਲਦਾ, ਉਹ ਕਿੰਨਾ ਕੁ ਸਫਲ ਹੋ ਪਾਉਂਦਾ ਹੈ, ਜਾਂ ਫਿਰ ਇਸ ਐਲਾਨ ਤੋਂ ਬਾਅਦ ਹੁਣ ਕੇਂਦਰ ਸਰਕਾਰ ਕੁਝ ਸੋਚ ਵਿਚਾਰ ਕਰੇਗੀ ਕਿ ਇਹਦੇ ਤੋਂ ਪਹਿਲਾਂ ਕਿ ਕਿਸਾਨ ਦਿੱਲੀ ਦੇ ਵਿੱਚ ਆਣ ਕੇ ਡੇਰੇ ਲਾ ਲੈਣ ਤੇ ਫਿਰ ਮੁਸ਼ਕਲ ਹੋ ਜਾਵੇ, ਉਹਨਾਂ ਹਾਲਾਤਾਂ ਦੇ ਵਿੱਚ ਪਹਿਲਾਂ ਕੋਈ ਗੱਲਬਾਤ ਕਰਨ ਦੇ ਲਈ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ, ਇਹ ਵੀ ਦੇਖਣਾ ਹੋਵੇਗਾ। ਪਰ ਫਿਲਹਾਲ ਕਹਿ ਸਕਦੇ ਹਾਂ ਆਰ ਪਾਰ ਦੀ ਲੜਾਈ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਵਿੱਚ ਹੁੰਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਜੀ ਬਿਲਕੁਲ। ਔਰ ਜਿਸ ਤਰ੍ਹਾਂ ਦੀ ਕੇਂਦਰ ਸਰਕਾਰ ਵੱਲੋਂ ਇੱਕ ਤਰ੍ਹਾਂ ਦੀ ਬਦਲੇ ਦੀ ਨੀਤੀ ਜਿਹੜੀ ਕਿਹਾ ਜਾ ਸਕਦਾ ਕਿ ਅਪਣਾਈ ਜਾ ਰਹੀ ਆ, ਔਰ ਮੈਨੂੰ ਲੱਗਦਾ ਕਿ ਇਹ ਅੰਦੋਲਨ ਉਸ ਤੋਂ ਬਾਅਦ ਹੋਰ ਵੀ ਤਿੱਖਾ ਹੋ ਸਕਦਾ। ਖੈਰ ਜਸਵੀਰ ਜੀ, ਆਪਾਂ ਇੱਥੇ ਗੱਲਬਾਤ ਕਰਦੇ ਹਾਂ ਕਿਉਂਕਿ ਕੈਪਟਨ ਸਰਕਾਰ ਨੇ ਜਿਹੜਾ ਵਾ ਉਹ ਕਿਸਾਨਾਂ ਦੇ ਦਬਾਅ 'ਚ ਆ ਕੇ ਕਾਨੂੰਨ ਕੁਝ ਪਾਸ ਕੀਤੇ ਸੀਗੇ ਪੰਜਾਬ ਦੀ ਵਿਧਾਨ ਸਭਾ 'ਚ, ਜਿਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੂੰ ਈਡੀ ਵੱਲੋਂ ਸੱਦਾ ਆ ਗਿਆ ਸੀ ਔਰ ਸੰਭਾਵਨਾ ਇਹ ਜਤਾਈ ਜਾ ਰਹੀ ਸੀ ਕਿ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਪੰਜਾਬ ਦੇ ਹੋਰ ਲੀਡਰਾਂ ਅਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਜਿਹੜਾ ਦਬਾਅ ਬਣਾਉਣ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਆ। ਪਰ ਪਤਾ ਲੱਗਾ ਕਿ ਰਣਇੰਦਰ ਸਿੰਘ ਜਿਹੜੇ ਕੈਪਟਨ ਸਾਹਿਬ ਦੇ ਪੁੱਤਰ ਨੇ ਉਹ ਤਾਂ ਪੇਸ਼ ਹੀ ਨਹੀਂ ਹੋਏ ਈਡੀ ਦੇ। ਦਰਅਸਲ ਉਹਨਾਂ ਦਾ ਵਕੀਲ ਪੇਸ਼ ਹੋਇਆ ਸੀ ਔਰ ਵਕੀਲ ਨੇ ਇਹ ਦਾਅਵਾ ਕੀਤਾ ਕਿ ਰਣਿੰਦਰ ਸਿੰਘ ਹੋਰੀ ਜਿਹੜੇ ਆ ਮਸਰੂਫ ਨੇ, ਕਿਉਂਕਿ ਜਿਹੜਾ ਉਹ ਉਹਨਾਂ ਦੇ ਸੰਸਦੀ ਕਮੇਟੀ ਆ ਉਹਦੀ ਮੀਟਿੰਗ ਦੇ ਵਿੱਚ ਗਿਆ ਹੋਇਆ, ਖੇਡਾਂ ਨੂੰ ਲੈ ਕੇ ਜਿਹੜਾ ਆ ਉਹ ਚਰਚਾ ਚੱਲਦੀ ਪਈ ਹੈ, ਇਸ ਕਰਕੇ ਉਹ ਜਿਹੜੇ ਆ ਇਸ ਪੇਸ਼ੀ ਦੇ ਉੱਤੇ ਨਹੀਂ ਆ ਸਕਦੇ। ਔਰ ਇਸ ਸਭ ਤੋਂ ਬਾਅਦ ਜਿਹੜਾ ਆ ਹੁਣ ਅਗਲੀ ਤਰੀਕ ਜਿਹੜੀ ਆ ਉਹ ਦੇ ਦਿੱਤੀ ਗਈ ਆ, ਅਗਲੀ ਤਰੀਕ ਦੇ ਉੱਤੇ ਰਣਿੰਦਰ ਸਿੰਘ ਹੋਰੀ ਜਿਹੜੇ ਆ ਉਹ ਈਡੀ ਸਾਹਮਣੇ ਪੇਸ਼ ਹੋਣਗੇ। ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਇਹ ਬਚਣ ਬਚਾਉਣ ਦੀ ਵੀ ਕੋਸ਼ਿਸ਼ ਚੱਲ ਰਹੀ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਫਸਣ ਫਸਾਉਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹ ਮਾਮਲੇ ਜਿਹੜੇ ਆ ਇਹ ਉਦੋਂ ਉੱਠਦੇ ਨੇ ਜਦੋਂ ਜਾਂ ਤਾਂ ਚੁਣਾਵੀ ਮਾਹੌਲ ਹੋਵੇ, ਜਾਂ ਉਦੋਂ ਉੱਠਦੇ ਨੇ ਜਦੋਂ ਕੇਂਦਰ ਸਰਕਾਰ ਨੇ ਬਾਂਹ ਮਰੋੜਨੀ ਹੋਵੇ ਸੂਬਿਆਂ ਦੀ। ਵਿਰੋਧੀਆਂ ਦੇ ਕਈ ਕੇਸ ਇਹੋ ਜਿਹਾ ਆ ਜਿਹੜੇ ਸਿਰਫ ਤੇ ਸਿਰਫ ਉਦੋਂ ਏਜੰਸੀਆਂ ਹਰਕਤ ਚ ਆਉਂਦੀਆਂ ਨੇ ਕੇਸਾਂ ਨੂੰ ਲੈ ਕੇ ਜਦੋਂ ਚੁਣਾਵੀ ਮਾਹੌਲ ਹੁੰਦਾ ਹੈ, ਜਾਂ ਫਿਰ ਕੋਈ ਬਾਗੀ ਸੁਰਾਂ ਚੁੱਕੀਆਂ ਜਾਂਦੀਆਂ ਨੇ ਉਸ ਆਗੂ ਦੇ ਵੱਲੋਂ ਜਿਹੜਾ ਆਗੂ ਉਸ ਕੇਸ ਦੇ ਵਿੱਚ ਕਿਤੇ ਨਾ ਕਿਤੇ ਲਿਪਤ ਹੁੰਦਾ ਆ ਜਾਂ ਉਹਦੇ ਤੇ ਇਲਜ਼ਾਮ ਲੱਗਦੇ ਨੇ। ਹੁਣ ਰਣਿੰਦਰ ਸਿੰਘ ਹੋਰੀ ਪੇਸ਼ ਨਹੀਂ ਹੋਏ, ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਪੇਸ਼ੀ ਲਈ ਸੱਦਿਆ ਗਿਆ ਸੀਗਾ, ਉਦੋਂ ਵੀ ਉਹ ਪੇਸ਼ ਨਹੀਂ ਹੋਏ ਸੀ। ਉਦੋਂ ਵੀ ਕਹਿੰਦੇ ਜੀ ਖੇਡਾਂ ਦੇ ਵਿੱਚ ਉਹ ਮਸਰੂਫ ਨੇ ਕਿਉਂਕਿ ਉਹ ਮੈਂਬਰ ਨੇ ਖੇਡ ਸਮਿਤੀ ਦੇ ਤੇ ਉਧਰ ਮਸਰੂਫ ਹੋਏ ਪਏ ਨੇ, ਇੱਥੇ ਮੁਲਕ ਦੇ ਵਿੱਚ ਮੌਜੂਦ ਨਹੀਂ, ਇਸ ਕਰਕੇ ਉਹ ਪੇਸ਼ ਨਹੀਂ ਹੋ ਸਕਦੇ। ਜਦੋਂ ਆਉਣਗੇ ਪੇਸ਼ ਹੋਣਗੇ। ਤੇ ਹੁਣ ਫਿਰ ਉਹਨਾਂ ਹੀ ਖੇਡਾਂ ਨੂੰ ਲੈ ਕੇ ਵੀ ਮੀਟਿੰਗ ਚੱਲਦੀ ਪਈ ਹੈ, ਇਸ ਕਰਕੇ ਉਹ ਆ ਨਹੀਂ ਸਕਦੇ। ਉਹੀ ਹਵਾਲਾ ਦੇ ਕੇ ਜਿਹੜਾ ਆ ਉਹ ਤਰੀਕ ਅੱਗੇ ਵਧਾ ਦਿੱਤੀ ਗਈ ਹੈ। ਹੁਣ ਅਗਲੀ ਤਰੀਕ ਨੂੰ ਰਣਿੰਦਰ ਹੋਰੀ ਪੇਸ਼ ਹੁੰਦੇ ਆ ਨਹੀਂ ਪੇਸ਼ ਹੁੰਦੇ ਆ, ਉਦੋਂ ਦੇਖਾਂਗੇ ਕਿ ਉਸ ਤੋਂ ਬਾਅਦ ਈਡੀ ਦਾ ਰਵੱਈਆ ਜਿਹੜਾ ਉਹ ਕੀ ਹੁੰਦਾ ਹੈ। ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਹੈ, ਇਹ ਵੀ ਹੋ ਸਕਦਾ ਆ ਇਸ ਵੇਲੇ ਰਣਿੰਦਰ ਹੋਰਾਂ ਨੂੰ ਸੱਦਿਆ ਗਿਆ ਤੇ ਜੇ ਅਕਾਲੀ ਦਲ ਨੇ ਕੁਝ ਹੋਰ ਬਾਗੀ ਸੁਰਾਂ ਚੱਕੀਆਂ, ਕੋਈ ਤੱਤੇ ਠੰਡੇ ਬਿਆਨ ਦਿੱਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ, ਤੇ ਸੰਭਾਵਨਾ ਇਹ ਵੀ ਹੈ ਕਿ ਅਕਾਲੀ ਦਲ ਦਾ ਵੀ ਇੱਕ ਲੀਡਰ ਜਿਹੜਾ ਆ ਉਹ ਵੀ ਈਡੀ ਦੇ ਕੋਲ ਪਹਿਲਾਂ ਪੇਸ਼ ਹੋ ਚੁੱਕਾ ਹੈ। ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਵੀ ਪੇਸ਼ੀ ਦੇ ਲਈ ਜਿਹੜਾ ਆ ਉਹ ਸੰਮਨ ਜਾਰੀ ਹੋ ਜਾਣ ਤੇ ਉਹ ਵੀ ਇਸੇ ਤਰੀਕੇ ਨਾਲ ਜਲੰਧਰ ਵਾਲੇ ਈਡੀ ਦੇ ਦਫ਼ਤਰ ਦੇ ਵਿੱਚ ਗੇੜੇ ਲਗਾਉਂਦਾ ਜਿਹੜਾ ਉਹ ਨਜ਼ਰ ਆ ਸਕਦਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਮਾਮਲਾ ਜਿਹੜਾ ਆ ਈਡੀ ਵਾਲਾ ਆ ਜਾਂ ਸੀਬੀਆਈ ਦੇ ਮਾਮਲੇ ਜਿਹੜੇ ਨੇ, ਕੇਂਦਰੀ ਜਾਂਚ ਏਜੰਸੀਆਂ ਦੇ ਮਾਮਲੇ ਨੇ, ਉਹ ਮਾਮਲੇ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਆਉਣ ਲੱਗ ਪਏ ਨੇ ਕਿ ਜਦੋਂ ਸੰਮਣ ਆਉਂਦੇ ਨੇ ਹਾਲਾਤ ਕੀ ਹੁੰਦੇ ਆ, ਵਕਤ ਕਿਹੋ ਜਿਹਾ ਹੁੰਦਾ ਹੈ ਤੇ ਕਿਹੜੀ ਸਰਕਾਰ ਸੂਬੇ 'ਚ ਹੁੰਦੀ ਹੈ, ਕਿਹੜੀ ਸਰਕਾਰ ਕੇਂਦਰ 'ਚ ਹੁੰਦੀ ਹੈ ਤੇ ਕਿਸ ਨਜ਼ਰੀਏ ਨਾਲ ਉਹ ਸੰਮਣ ਜਿਹੜੇ ਉਹ ਭੇਜੇ ਜਾਂਦੇ, ਇਹਦੇ ਉੱਤੇ ਹੁਣ ਪ੍ਰਸ਼ਨ ਚਿੰਨ੍ਹ ਲੱਗਣੇ ਸ਼ੁਰੂ ਹੋ ਗਏ ਆ। ਇਹਦੇ ਨਾਲ ਨਾਲ ਇੱਕ ਜ਼ਿਕਰ ਮੈਂ ਥੋੜਾ ਜਿਹਾ ਇੱਧਰ ਕੈਨੇਡਾ ਦਾ ਕਰਨਾ ਚਾਹੁੰਦਾ ਆ। ਤੁਸੀਂ ਥੋੜੀ ਜਿਹੀ ਗੱਲ ਕੀਤੀ ਸੀਗੀ ਤੇ ਮੈਨੂੰ ਲੱਗਦਾ ਕਿ ਵਿਸਥਾਰਤ ਰੂਪ ਦੇ ਵਿੱਚ ਵੀ ਗੱਲ ਕਰਨੀ ਸੀ। ਇੱਕ ਤਰੀਕੇ ਨਾਲ ਆਪਾਂ ਕੋਵਿਡ ਦੇ ਕੇਸਾਂ ਦੀ ਜੇ ਗੱਲ ਕਰ ਲਈਏ ਤੇ ਕੋਵਿਡ ਦੇ ਕੇਸਾਂ ਦੇ ਮਾਮਲੇ ਦੇ ਵਿੱਚ ਪਤਾ ਲੱਗਾ ਕਿ ਕੈਨੇਡਾ ਦੇ ਵਿੱਚ ਸਥਿਤੀਆਂ ਜਿਹੜੀਆਂ ਉਹ ਚਿੰਤਾਜਨਕ ਵੀ ਹੋ ਰਹੀਆਂ ਨੇ ਮਨਦੀਪ ਜੀ, ਤੇ ਉੱਥੇ 10,000 ਤੋਂ ਵੱਧ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ ਇਸ ਕੋਵਿਡ ਦਾ ਕਰਕੇ। ਔਰ ਇਸ ਤੋਂ ਬਾਅਦ ਟਰੂਡੋ ਸਰਕਾਰ ਹੋਰਾਂ ਨੇ ਕੁਝ ਕਦਮ ਪੁੱਟੇ ਨੇ ਇਸ ਸੰਬੰਧੀ, ਕੁਝ ਸਖਤੀ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਹਤਿਆਤ ਬਾਰੇ ਕੋਈ ਗੱਲ ਚੱਲ ਰਹੀ ਹੈ ਜਿਹਦਾ ਕਰਕੇ ਇਸ ਗ੍ਰਾਫ ਨੂੰ ਜਿਹੜਾ ਹੈ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਅਸਲ 'ਚ ਤਸਵੀਰ ਜਿਹੜੇ ਸਖਤੀ ਦੇ ਬਹੁਤੇ ਅਧਿਕਾਰ ਹੈ ਉਹ ਸੂਬਾ ਸਰਕਾਰਾਂ ਕੋਲ ਇੱਥੇ ਹੁੰਦੇ ਆ ਕਿਉਂਕਿ ਔਰ ਅਸੀਂ ਦੇਖਿਆ ਕਿ ਕਈ ਸੂਬਾ ਸਰਕਾਰਾਂ ਹੁਣ ਲੋਕਡਾਊਨ ਲੱਗ ਤਾਂ ਰਿਹਾ ਪਰ ਇਹਦੀ ਸ਼ਕਲ ਜਿਹੜੀ ਉਹ ਬਦਲ ਚੁੱਕੀ ਹੈ ਕਿਉਂਕਿ ਇਲਾਕੇ ਜਿਹੜੇ ਆ ਆਇਡੈਂਟੀਫਾਈ ਕੀਤੇ ਜਾ ਰਹੇ ਆ
ਔਰ ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਨੇ ਜਿਵੇਂ ਟੋਰਾਂਟੋ ਹੋ ਗਿਆ, ਬਰੈਂਪਟਨ ਹੋ ਗਿਆ, ਓਟਵਾ ਹੋ ਗਿਆ, ਵੈਨਕੂਵਰ ਹੋ ਗਿਆ, ਮੌਂਟਰੀਅਲ ਹੋ ਗਿਆ, ਜਿੱਥੇ ਲੋਕਾਂ ਦੀ ਆਬਾਦੀ ਵੱਧ ਆ ਉੱਥੇ ਹੀ ਵੱਧ ਕੇਸ ਆ ਰਹੇ ਨੇ। ਹੁਣ ਜਿਵੇਂ ਮੌਂਟਰੀਅਲ ਨੂੰ ਕਿਊਬਕ ਸਰਕਾਰ ਨੇ ਰੈੱਡ ਜ਼ੋਨ ਐਲਾਨਿਆ ਹੋਇਆ, ਇਸੇ ਤਰ੍ਹਾਂ ਜਿਹੜਾ ਪੀਲ ਰੀਜਨ ਆ, GTA ਏਰੀਆ ਓਨਟਾਰੀਓ ਦਾ, ਜਿਸ 'ਚ ਟੋਰਾਂਟੋ ਵਰਗੇ ਸ਼ਹਿਰ ਆਉਂਦੇ ਨੇ, ਬਰੈਂਪਟਨ ਵਰਗੇ ਸ਼ਹਿਰ ਆਉਂਦੇ ਨੇ, ਉੱਥੇ ਵੱਖਰੇ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ। ਹੁਣ BC ਵਿੱਚ ਵੀ ਜਿਹੜੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਕਿ ਜਿਹੜੇ ਘਰਾਂ 'ਚ ਇਕੱਠ ਹੋ ਰਹੇ ਨੇ, ਪਹਿਲਾਂ ਟੈਂਟ ਲਾ ਕੇ ਘਰ 'ਚ 50 ਬੰਦੇ ਇਕੱਠੇ ਹੋ ਸਕਦੇ ਸੀ, ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਕਿ 6 ਤੋਂ ਵੱਧ ਲੋਕ ਘਰਾਂ 'ਚ ਨਹੀਂ ਆ ਸਕਦੇ। ਤੇ ਜਸਟਿਨ ਟਰੂਡੋ ਹੁਣਾਂ ਨੇ ਵੀ ਅੱਜ ਨਿਰਾਸ਼ਾ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਵਾਕਈ ਹੁਣ ਕਰੋਨਾ ਵਾਇਰਸ ਜਿਹੜਾ ਵਾ ਇਹ ਤਕਲੀਫ ਦੇਣ ਲੱਗ ਪਿਆ ਵਾ, ਔਰ ਕਿਉਂਕਿ ਸੈਕੰਡ ਵੇਵ ਜਿਹੜੀ ਕੈਨੇਡਾ 'ਚ ਸ਼ੁਰੂ ਹੋ ਚੁੱਕੀ ਆ, ਉਧਰੋਂ ਸਰਦੀਆਂ ਵੀ ਆ ਚੁੱਕੀਆਂ ਨੇ, ਜਿਸ 'ਚ ਕਿਹਾ ਜਾ ਰਿਹਾ ਸਿਹਤ ਮਾਹਰਾਂ ਨੂੰ ਕਿ ਕਰੋਨਾ ਵਾਇਰਸ ਹੋਰ ਵੀ ਖਤਰਨਾਕ ਹੋ ਸਕਦਾ, ਕਿਉਂਕਿ ਹੋਰ ਵੀ ਕਈ ਤਰ੍ਹਾਂ ਦੇ ਫਲੂ ਜਿਹੜੇ ਆ ਸਰਦੀਆਂ ਦੇ ਵਿੱਚ ਲੋਕਾਂ ਨੂੰ ਜਿਹੜੇ ਆ ਉਹ ਘੇਰ ਲੈਂਦੇ ਆ, ਤੇ ਉਹਦੇ ਵਿੱਚ ਕਰੋਨਾ ਵਾਇਰਸ ਹੋਰ ਵੀ ਖਤਰਨਾਕ ਹੋ ਸਕਦਾ ਹੈ। ਸੋ ਕੁੱਲ ਮਿਲਾ ਕੇ ਪਰਿਸਥਿਤੀਆਂ ਇਸ ਵਕਤ ਚਿੰਤਾਜਨਕ ਨੇ, ਔਰ ਟਰੂਡੋ ਸਾਹਿਬ ਨੇ ਅਪੀਲ ਇਹ ਕੀਤੀ ਆ ਕਿ ਜਿੰਨਾ ਹੋ ਸਕੇ ਆਪਣਾ ਖਿਆਲ ਰੱਖੋ, ਬਚਾਅ ਰੱਖੋ, ਹਦਾਇਤਾਂ ਦਾ ਪਾਲਣ ਕਰੋ ਤਾਂ ਕਿ ਇਸ ਮੁਸ਼ਕਲ ਸਮੇਂ 'ਚੋਂ ਨਿਕਲਿਆ ਜਾ ਸਕੇ। ਮੌਤਾਂ ਦੀ ਗਿਣਤੀ ਵੀ ਜਿਹੜੀ ਆ ਉਹ ਤਕਰੀਬਨ 10,000 ਤੋਂ ਅੱਜ ਟੱਪ ਗਈ ਹੈ, ਤੇ 2.25 ਲੱਖ ਦੇ ਕਰੀਬ ਜਿਹੜੇ ਕੇਸ ਪਹੁੰਚਣ ਵਾਲੇ ਨੇ। ਸੋ ਜਸਵੀਰ ਜੀ, ਗੱਲ ਇੱਕ ਕਰਦੇ ਹਾਂ ਅਮਰੀਕਾ ਦੀ ਆਪਾਂ, ਕਿਉਂਕਿ ਅਮਰੀਕਾ 'ਚ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਚੋਣਾਂ ਹੋਣ ਜਾ ਰਹੀਆਂ ਨੇ, ਔਰ ਸਰਕਾਰ ਬਦਲਣ ਨੂੰ ਮਹਿਜ 5-6 ਦਿਨ ਦਾ ਸਮਾਂ ਬਾਕੀ ਹੈ। ਚਾਹੇ ਉਹੀ ਸਰਕਾਰ ਦੁਬਾਰਾ ਆ ਜਾਵੇ, ਚਾਹੇ ਕੋਈ ਨਵੀਂ ਬਣ ਜਾਵੇ, ਇਸ ਦੌਰਾਨ ਵੀ ਭਾਰਤ ਅਤੇ ਅਮਰੀਕਾ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ। ਸੋ ਜਿਹੜੇ ਵਿਦੇਸ਼ ਮੰਤਰੀ ਆ, ਜਿਹੜੇ ਉਹਨਾਂ ਦੇ ਉਪ ਰਾਸ਼ਟਰਪਤੀ ਜਾਂ ਵਿਦੇਸ਼ ਮੰਤਰੀ ਨੇ, ਜਿੱਥੇ ਉਹ ਇੱਥੇ ਹੋਣੇ ਚਾਹੀਦੇ ਸੀ, ਉਹ ਭਾਰਤ ਨਾਲ ਮੀਟਿੰਗਾਂ ਕਰ ਰਹੇ ਨੇ, ਜਦਕਿ ਚੋਣ ਪ੍ਰਚਾਰ ਚੱਲਣਾ ਚਾਹੀਦਾ ਸੀ। ਸੋ ਕੀ ਲੱਗਦਾ ਕਿ ਕਿੱਧਰ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਸਮੇਂ ਵਿੱਚ? 2+2 ਦੀ ਮੀਟਿੰਗ ਇਹਨੂੰ ਕਿਹਾ ਜਾ ਰਿਹਾ ਹੈ, ਕਿਉਂਕਿ ਅਮਰੀਕਾ ਦੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਦੋਨੋਂ, ਤੇ ਭਾਰਤ ਦੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਇਧਰੋਂ ਦੋਨੋਂ, ਇਹਨਾਂ ਦੀ ਮੀਟਿੰਗ ਜਿਹੜੀ ਹੋ ਰਹੀ ਹੈ, ਇਹਦੇ ਵਿੱਚ ਸਮਝੌਤੇ ਕੀਤੇ ਜਾ ਰਹੇ ਆ। ਔਰ ਇਹਨਾਂ ਸਮਝੌਤਿਆਂ ਦੇ ਵਿੱਚ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਤੇ ਜਿਹੜਾ ਉਹ ਸਾਂਝ ਵਧਾਈ ਜਾ ਰਹੀ ਆ, ਖਾਸ ਤੌਰ ਤੇ ਰੱਖਿਆ ਮਾਮਲਿਆਂ ਦੇ ਵਿੱਚ। ਫੌਜੀ ਜਿਹੜੀ ਅਸਤਰ ਸ਼ਸਤਰ ਦੀ ਨੀਤੀ ਆ, ਉਹਦੇ ਵਿੱਚ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਅਮਰੀਕਾ ਤੋਂ ਮਦਦ ਮਿਲਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਜਤਾਈਆਂ ਜਾ ਰਹੀਆਂ ਨੇ। ਔਰ ਕਿਹਾ ਜਾ ਰਿਹਾ ਕਿ ਇਸ ਸਮਝੌਤੇ ਤੋਂ ਬਾਅਦ ਜਿਹੜਾ ਆ ਉਹ ਭਾਰਤ ਹੋਰ ਜ਼ਿਆਦਾ ਮਜ਼ਬੂਤ ਹੋਏਗਾ। ਇਸ ਮੀਟਿੰਗ ਦੇ ਹੁਣ ਕਈ ਮਾਇਨੇ ਕੱਢੇ ਜਾ ਸਕਦੇ। ਇੱਕ ਤਾਂ ਸਿੱਧੇ ਤੌਰ ਤੇ ਇਹ ਮਾਇਨਾ ਕੱਢਿਆ ਜਾ ਸਕਦਾ ਆ ਕਿ ਪਿਛਲੇ ਦਿਨੀ ਡੋਨਲਡ ਟਰੰਪ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਕਿ ਭਾਰਤ ਦੀ ਆਬੋ ਹਵਾ ਬਹੁਤ ਗੰਦੀ ਹੈ, ਉਹਨੂੰ ਲੈ ਕੇ ਲਗਾਤਾਰ ਇਧਰੋਂ ਨਰਿੰਦਰ ਮੋਦੀ ਹੋਰਾਂ ਦਾ ਵਿਰੋਧ ਹੋ ਰਿਹਾ ਸੀਗਾ। ਲਗਾਤਾਰ ਟਵਿੱਟਰ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕਈ ਤਰੀਕੇ ਦੇ ਸਵਾਲ ਪੁੱਛੇ ਜਾ ਰਹੇ ਸੀ ਕਿ ਤੁਹਾਡਾ ਪਰਮ ਮਿੱਤਰ, ਬੈਸਟ ਫਰੈਂਡ ਜਿਹੜਾ ਆ, ਉਹ ਭਾਰਤ ਨੂੰ ਗੰਦਾ ਕਹਿ ਰਿਹਾ ਤੇ ਤੁਸੀਂ ਉਹਦਾ ਕੋਈ ਰਿਪਲਾਈ ਨਹੀਂ ਕਰ ਰਹੇ। ਤੁਸੀਂ ਤਾਂ ਹਾਊਡੀ ਮੋਦੀ ਉੱਥੇ ਕਰਕੇ ਆਏ ਸੀਗੇ, ਨਮਸਤੇ ਟਰੰਪ ਇੱਥੇ ਕੀਤਾ ਪ੍ਰੋਗਰਾਮ, ਇਸ ਦੇ ਬਾਵਜੂਦ ਵੀ ਭਾਰਤ ਦੇ ਬਾਰੇ ਇਦਾਂ ਦੀ ਬਿਆਨਬਾਜ਼ੀ, ਇਹਦਾ ਜਵਾਬ ਦਿਓ। ਮੋਦੀ ਸਾਹਿਬ ਦਾ ਤਾਂ ਕੋਈ ਜਵਾਬ ਨਹੀਂ ਆਇਆ। ਮੈਨੂੰ ਲੱਗਦਾ ਕਿ ਇਹ ਗੱਲ ਟਰੰਪ ਹੋਰਾਂ ਤੱਕ ਜ਼ਰੂਰ ਪਹੁੰਚ ਗਈ ਹੋਣੀ ਆ ਕਿ ਜੇ ਇਸ ਬਿਆਨ ਦੇ ਉੱਤੇ ਕੋਈ ਫੈਹਾ ਨਾ ਧਰਿਆ ਗਿਆ ਤੇ ਹੋ ਸਕਦਾ ਕਿ ਅਮਰੀਕਾ ਦੇ ਵਿੱਚ ਜਿਹੜੇ ਭਾਰਤੀ ਨੇ ਵੱਡੀ ਗਿਣਤੀ ਦੇ ਵਿੱਚ, ਜਿਨ੍ਹਾਂ ਨੂੰ ਲੁਭਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਮੇਰੇ ਖਿਲਾਫ ਜਿਹੜੀ ਆ ਉਹ ਵੋਟ ਕਿਤੇ ਪਾ ਦੇਣ ਤੇ ਉਹੀ ਗੱਲ ਨਾ ਹੋਵੇ ਕੁਰਸੀ ਜਿਹੜੀ ਮੇਰੇ ਕੋਲੋਂ ਜਾਂਦੀ ਲੱਗੇ। ਸੋ ਇਸ ਕਰਕੇ ਸਿੱਧੇ ਤੌਰ ਤੇ ਕਹਿ ਸਕਦੇ ਕਿ ਇਹ ਮੀਟਿੰਗ ਕੀਤੀ ਗਈ ਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਅਮਰੀਕਾ ਤੇ ਭਾਰਤ ਦਾ ਬਹੁਤ ਨੇੜੇ ਆ। ਇਹ ਤਾਂ ਬਹੁਤ ਆਪਸ ਦੇ ਵਿੱਚ ਸਮਝੌਤੇ ਕਰ ਰਿਹਾ ਤੇ ਭਾਰਤੀਆਂ ਦੇ ਵਿੱਚ ਜਿਹੜੇ ਅਮਰੀਕਾ 'ਚ ਰਹਿਣ ਵਾਲੇ, ਉਹਨਾਂ 'ਚ ਇਹ ਸੁਨੇਹਾ ਜਾਵੇ ਕਿ ਨਹੀਂ, ਟਰੰਪ ਹੀ ਠੀਕ ਹੈ ਉਹਨਾਂ ਦੀ ਚੋਣ ਦੇ ਲਈ ਤੇ ਵੋਟ ਉਧਰ ਹੀ ਪਾਉਣੀ ਚਾਹੀਦੀ ਹੈ। ਇਹ ਇੱਕ ਕਾਰਨ ਜਿਹੜਾ ਇਹਦੇ ਵਿੱਚ ਹੋ ਸਕਦਾ ਆ। ਨਾਲ ਦੀ ਨਾਲ ਇੱਧਰ ਦੀ ਸਰਕਾਰ ਦੀ ਵੀ ਇਹ ਕੋਸ਼ਿਸ਼ ਹੈ, ਕਿਉਂਕਿ ਬਿਹਾਰ ਦੇ ਵਿੱਚ ਚੋਣਾਂ ਆ। ਹੁਣ ਟਰੰਪ ਹੋਰਾਂ ਦੇ ਉਸ ਬਿਆਨ ਦੀ ਜਿਹੜੀ ਆ ਉਹ ਵਾਰ-ਵਾਰ ਚਰਚਾ ਹੋ ਰਹੀ ਹੈ ਬਿਹਾਰ ਦੀਆਂ ਚੋਣਾਂ ਦੇ ਵਿੱਚ। ਵਾਰ-ਵਾਰ ਵਿਰੋਧੀ ਪਾਰਟੀਆਂ ਇਸੇ ਹੀ ਬਿਆਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਦੀਆਂ ਪਈਆਂ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦੀਆਂ ਪਈਆਂ ਨੇ। ਸੋ ਇਸ ਕਰਕੇ ਇਧਰਲੇ ਪਾਸਿਓਂ ਇੰਜ ਬਚਣ ਦੀ ਬਿਹਾਰ ਦੀਆਂ ਚੋਣਾਂ ਦੇ ਵਿੱਚ ਮੋਦੀ ਸਰਕਾਰ ਦੀ ਕੋਸ਼ਿਸ਼ ਹੋ ਸਕਦੀ ਹੈ। ਪਰ ਫਿਲਹਾਲ 2+2 ਦੀ ਇਸ ਮੀਟਿੰਗ ਦੇ ਵਿੱਚ, ਕਿਉਂਕਿ 2+2 ਵੈਸੇ ਤਾਂ 4 ਹੁੰਦੇ ਆ, ਇਹ ਹੁਣ 2+2 ਸੱਚੀਓ 4 ਹੀ ਰੱਖਣ ਦੀ ਕੋਸ਼ਿਸ਼ ਹੈ ਜਾਂ 2+2 ਦੇ ਵਿੱਚੋਂ 5 ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪੰਜਵਾਂ ਫੰਡਾ ਉਧਰਲੇ ਪਾਸੇ ਅਮਰੀਕਾ ਦੀਆਂ ਚੋਣਾਂ ਤੇ ਇਧਰਲੇ ਪਾਸੇ ਬਿਹਾਰ ਦੀਆਂ ਚੋਣਾਂ। ਮਨਦੀਪ ਜੀ, ਇਹ ਮੈਨੂੰ ਲੱਗਦਾ ਕਿ 2+2 5 ਜ਼ਿਆਦਾ ਨਜ਼ਰ ਆ ਰਿਹਾ, 2+2 4 ਘੱਟ ਨਜ਼ਰ ਆ ਰਿਹਾ। ਜੀ ਬਿਲਕੁਲ, ਔਰ ਕਿਉਂਕਿ ਅਮਰੀਕਾ ਦੇ ਵਿੱਚ ਹੀ ਵੱਡੀ ਗਿਣਤੀ 'ਚ ਭਾਰਤੀ ਭਾਈਚਾਰਾ ਜਸਵੀਰ 'ਚ ਰਹਿੰਦਾ, ਔਰ
ਬੀਤੇ ਦਿਨ ਇੱਕ ਰਿਪੋਰਟ ਆਈ ਸੀ ਜਿਸ 'ਚ ਇਹ ਕਿਹਾ ਸੀ ਕਿ ਭਾਰਤੀ ਮੂਲ ਦੇ ਘੱਟੋ ਘੱਟ 20 ਲੱਖ ਵੋਟਰ ਜਿਹੜੇ ਆ ਵੱਖ-ਵੱਖ ਹਿੱਸਿਆਂ 'ਚ ਅਮਰੀਕਾ ਦੇ ਰਹਿੰਦੇ ਨੇ ਔਰ ਕਈ ਸੂਬਿਆਂ ਵਿੱਚ ਉਹ ਕੁਝ ਅਸਰ ਪਾ ਸਕਦੇ ਨੇ। ਇਸ ਕਰਕੇ ਜਿਹੜਾ ਵਾ ਮੈਨੂੰ ਲੱਗਦਾ ਕਿ ਡੈਮੇਜ ਕੰਟਰੋਲ ਦੀ ਜਿਹੜੀ ਆ ਇਹ ਸਥਿਤੀ ਜਿਹੜੀ ਆ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇੱਕ ਇਹ ਵੀ ਸਰਵੇ ਸਾਹਮਣੇ ਆਇਆ ਸੀ ਕਿ ਅੱਜ ਤੱਕ ਡੈਮੋਕ੍ਰੇਟਸ ਦੇ ਜਿਹੜੇ ਪੱਖ ਵਿੱਚ ਬਹੁਤਾ ਭਾਰਤੀ ਵੋਟਰ ਜਿਹੜਾ ਇਤਿਹਾਸ ਦੇ ਵਿੱਚ ਭੁਗਤਦਾ ਰਿਹਾ। ਹਾਲਾਂਕਿ ਵੱਡੀ ਗਿਣਤੀ 'ਚ ਇਸ ਵਾਰ ਵੀ ਜਿਹੜਾ ਵਾ ਉਹ ਡੈਮੋਕ੍ਰੈਟਿਕ ਪੱਖ ਜੋ ਬਾਈਡਨ ਦੀ ਪਾਰਟੀ ਵੱਲ ਜਾਂਦਾ ਦਿਖਾਈ ਦੇ ਰਿਹਾ। ਪਰ ਰਾਸ਼ਟਰਪਤੀ ਟਰੰਪ ਅਜਿਹੇ ਪਹਿਲੇ ਜਿਹੜੇ ਉਮੀਦਵਾਰ ਹੋਣਗੇ ਜਿਹੜੇ ਘੱਟੋ ਘੱਟ 29 ਤੋਂ 30% ਭਾਰਤੀ ਵੋਟਰ ਜਿਹੜਾ ਹਾਸਲ ਕਰ ਸਕਦੇ ਨੇ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਹਾਊਡੀ ਮੋਦੀ ਜਾਂ ਨਮਸਤੇ ਜਿਹੜਾ ਟਰੰਪ ਕਰਕੇ ਗਏ ਸੀ ਇੰਡੀਆ ਦੇ ਵਿੱਚ, ਉਹਦਾ ਅਸਰ ਜ਼ਰੂਰ ਫਾਇਦਾ ਮਿਲਦਾ ਦਿਖਾਈ ਦੇ ਰਿਹਾ। ਪਰ 3 ਨਵੰਬਰ ਨੂੰ ਹੁਣ ਆਪਾਂ ਨੂੰ ਪਤਾ ਲੱਗ ਜਾਏਗਾ। ਹੁਣ ਤਾਂ ਬਹੁਤੇ ਅੰਦਾਜ਼ੇ ਲਾਉਣ ਦਾ ਕੋਈ ਫਾਇਦਾ ਨਹੀਂ, 1 ਹਫ਼ਤੇ ਦਾ ਸਮਾਂ ਰਹਿ ਗਿਆ। ਤੇ ਜੇ ਆਪਾਂ ਜਸਵੀਰ ਜੀ ਵਾਪਸ ਮੁੜੀਏ ਪੰਜਾਬ ਦੀ ਸਿਆਸਤ ਵੱਲ, ਤਾਂ ਫਰਜ਼ਾਨਾ ਆਲਮ ਹੋਣਾ ਨੂੰ ਇੱਕ ਅਹੁਦਾ ਦਿੱਤਾ ਸੀ ਅਕਾਲੀ ਦਲ ਵਾਲਿਆਂ ਨੇ ਤੇ ਉਹਦੇ ਤੇ ਬਹੁਤ ਜ਼ਿਆਦਾ ਨੁਕਤਾਚੀਨੀ ਹੋਈ ਸੀ, ਕਿਉਂਕਿ ਪਹਿਲਾਂ ਹੀ ਸੁਮੇਧ ਸੈਣੀ ਦੇ ਮਾਮਲੇ 'ਚ ਫਸੇ ਹੋਏ ਸੀਗੇ ਕਿ ਇਸ ਤਰ੍ਹਾਂ ਦੇ ਜਿਹੜੇ ਹੁਣ ਕੇਸ ਦੁਬਾਰਾ ਸਾਹਮਣੇ ਆਇਆ ਤੇ ਅਕਾਲੀ ਦਲ ਜਿਹੜੇ ਆ ਉਹਨਾਂ ਨੂੰ ਪੰਜਾਬ ਦਾ DGP ਲਾ ਕੇ ਰੱਖਿਆ ਤੇ ਉਸ ਤੋਂ ਬਾਅਦ ਹੁਣ ਫਰਜ਼ਾਨਾ ਆਲਮ ਦੇ ਮੁੱਦੇ ਉੱਤੇ ਉਹ ਘਿਰ ਗਏ ਸੀ। ਹੁਣ ਸੁਣਿਆ ਕਿ ਵਾਪਸ ਜਿਹੜਾ ਵਾ ਉਹ ਅੱਕ ਚੱਬਣਾ ਪਿਆ ਅਕਾਲੀ ਦਲ ਨੂੰ ਤੇ ਉਹਨਾਂ ਨੂੰ ਅਹੁਦੇ ਤੋਂ ਹਟਾਉਣਾ ਪਿਆ। ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਨੇ ਕਿ ਦੇਰ ਆਇਆ ਦਰੁਸਤ ਆਇਆ, ਪਰ ਅਕਾਲੀ ਦਲ ਦੇ ਬਹੁਤ ਸਾਰੇ ਫੈਸਲੇ ਇਦਾਂ ਦੇ ਆ ਕਿ ਇੰਨੀ ਦੇਰੀ ਨਾਲ ਆਉਂਦੇ ਆ ਕਿ ਦਰੁਸਤ ਨਹੀਂ ਲੱਗਦੇ। ਉਹਦੇ ਪਿੱਛੇ ਕਈ ਤਰੀਕੇ ਦੀਆਂ ਵਿਉਂਤਬੰਦੀਆਂ ਜਾਂ ਸਿਆਸੀ ਮਜਬੂਰੀਆਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ। ਇੱਦਾਂ ਦੀ ਗੱਲ ਜਿਹੜੀ ਆ ਉਹ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀਗਾ, ਉਦੋਂ ਵੀ ਗੱਲ ਉੱਠੀ ਸੀ ਕਿ ਬਹੁਤ ਦੇਰ ਨਾਲ ਅਸਤੀਫਾ ਦਿੱਤਾ ਹੈ, ਜਦੋਂ ਦਿੱਤਾ ਜਾਣਾ ਚਾਹੀਦਾ ਸੀ ਉਦੋਂ ਨਹੀਂ ਦਿੱਤਾ। ਫਿਰ ਗੱਠਜੋੜ ਤੋੜਨ ਦੀ ਗੱਲ ਆਈ ਤੇ ਉਹ ਵੀ ਕਿਹਾ ਗਿਆ ਕਿ ਬਹੁਤ ਦੇਰ ਨਾਲ ਗੱਠਜੋੜ ਤੋੜਿਆ ਗਿਆ, ਇਹ ਇੰਜ ਨਹੀਂ ਹੋਣਾ ਚਾਹੀਦਾ। ਹੁਣ ਇਸੇ ਤਰੀਕੇ ਨਾਲ ਬੀਬੀ ਫਰਜ਼ਾਨਾ ਆਲਮ ਦੀ ਤੁਸੀਂ ਗੱਲ ਕੀਤੀ ਹੈ। ਫਰਜ਼ਾਨਾ ਆਲਮ ਇਜ਼ਹਾਰ ਆਲਮ ਦੀ ਪਤਨੀ ਹੈ। ਇਜ਼ਹਾਰ ਆਲਮ ਉਹ ਵਿਅਕਤੀ ਜਿਹਦੇ ਬਾਰੇ ਚਰਚਾ ਆ, ਪੰਜਾਬ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਹ ਦੌਰ ਹੰਢਾਇਆ ਉਹ ਜਾਣਦੇ ਨੇ ਕਿ ਕਿਵੇਂ ਉਸ ਸਮੇਂ ਦੇ ਵਿੱਚ ਆਲਮ ਸੈਨਾ ਇੱਕ ਬਣੀ ਹੋਈ ਸੀਗੀ ਤੇ ਉਹ ਆਲਮ ਸੈਨਾ ਪੰਜਾਬ ਦੇ ਨੌਜਵਾਨਾਂ ਦਾ ਕਿੰਜ ਘਾਣ ਕਰਦੀ ਸੀ, ਕਿੱਦਾਂ ਕੋਹ ਕੇ ਮਾਰਿਆ ਜਾਂਦਾ ਸੀ, ਟੋ ਕੇ ਮਾਰਿਆ ਜਾਂਦਾ ਸੀਗਾ। ਉਹ ਸਾਰਾ ਕੁਝ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਜ਼ਖਮ ਅਜੇ ਵੀ ਅੱਲੇ ਆ। ਜੇ ਉਹਨਾਂ ਨੂੰ ਛੇੜਾਂਗੇ ਤੇ ਫਿਰ ਲੱਗੇਗਾ ਕਿ ਉਹਨਾਂ ਨੂੰ ਕੁਰੇਦਿਆ ਜਾ ਰਿਹਾ ਹੈ, ਫਿਰ ਉਹ ਰਿਸ ਪੈਣਗੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਾਣਦੇ ਹਾਂ ਅਸੀਂ। ਪਰ ਵਕਤ ਬਾ ਵਕਤ ਇਸ ਪਰਿਵਾਰ ਨੂੰ ਅਕਾਲੀ ਦਲ ਦੇ ਵੱਲੋਂ ਕਿੱਦਾਂ ਸਿਆਸੀ ਤੌਰ ਤੇ ਜਿਹੜਾ ਉਹ ਨਫਾ ਦਿੱਤਾ ਗਿਆ, ਕਦੀ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ, ਕਦੀ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਅਹੁਦਾ ਦਿੱਤਾ ਗਿਆ, ਉਹ ਸਾਰੀਆਂ ਚੀਜ਼ਾਂ ਅਸੀਂ ਜਾਣਦੇ ਹਾਂ। ਪਰ ਹੁਣ ਕੀ ਹੋਇਆ? ਹੁਣ ਇਸ ਵੇਲੇ ਜਿਹੜੀ ਅਕਾਲੀ ਦਲ ਦੀ ਸਿਆਸੀ ਹਾਲਤ ਪਤਲੀ ਹੋਈ ਪਈ ਹੈ। ਉਸ ਪਤਲੀ ਹਾਲਤ ਦੇ ਵਿੱਚ ਜਦੋਂ ਉਹਨਾਂ ਨੇ ਫਰਜ਼ਾਨਾ ਆਲਮ ਨੂੰ ਜਿਹੜਾ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਤੇ ਇਹ ਅਹੁਦਾ ਦੇਣ ਤੋਂ ਬਾਅਦ ਜਿਹੜੀ ਸੂਚੀ ਜਾਰੀ ਕੀਤੀ, ਉਸੇ ਸੂਚੀ ਦੇ ਵਿੱਚ ਫਰਜ਼ਾਨਾ ਆਲਮ ਦਾ ਨਾਮ ਸੀ ਤੇ ਉਸੇ ਸੂਚੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਜਿਹੜੀ ਹੈ ਬੀਬੀ ਕਿਰਨਜੋਤ ਕੌਰ ਦਾ ਨਾਮ ਸੀਗਾ। ਜਦੋਂ ਉਹਨਾਂ ਨੇ ਆਪਣਾ ਨਾਮ ਫਰਜ਼ਾਨਾ ਆਲਮ ਦੇ ਨਾਮ ਵਾਲੀ ਲਿਸਟ ਦੇ ਵਿੱਚ ਦੇਖਿਆ, ਉਹਨਾਂ ਨੇ ਤਾਂ ਸੋਸ਼ਲ ਮੀਡੀਆ ਤੇ ਉਦੋਂ ਹੀ ਪੋਸਟ ਪਾਤੀ ਸੀ, ਕਿਉਂਕਿ ਉਹਨਾਂ ਨੂੰ ਵੀ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਸੀ। ਉਹ ਕਹਿੰਦੀ ਮੈਂ ਜਨਰਲ ਸਕੱਤਰ ਦਾ ਅਹੁਦਾ ਲੈਣ ਲਈ ਤਿਆਰ ਨਹੀਂ, ਕਿਉਂਕਿ ਜਿਸ ਸੂਚੀ ਦੇ ਵਿੱਚ ਮੇਰਾ ਨਾਮ ਦਿੱਤਾ ਗਿਆ ਉਸੇ ਸੂਚੀ ਦੇ ਵਿੱਚ ਜਿਹੜਾ ਆ ਉਹ ਫਰਜ਼ਾਨਾ ਆਲਮ ਦਾ ਨਾਮ ਹੈ ਤੇ ਆਲਮ ਸੈਨਾ ਨੇ ਕੀ ਕੁਝ ਕੀਤਾ ਆ ਉਹ ਮੈਨੂੰ ਦੱਸਣ ਦੀ, ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ ਆ। ਇਸ ਕਰਕੇ ਮੈਨੂੰ ਅਹੁਦਿਆਂ ਦੀ ਲੋੜ ਨਹੀਂ, ਪਰ ਮੈਂ ਇਸ ਸੂਚੀ ਦੇ ਵਿੱਚ ਆਪਣਾ ਨਾਮ ਸ਼ਾਮਲ ਨਹੀਂ ਕਰਵਾ ਸਕਦੀ ਜਿੱਥੇ ਫਰਜ਼ਾਨਾ ਆਲਮ ਦਾ ਨਾਮ ਹੈ। ਉਹਨਾਂ ਨੇ ਅਸਤੀਫਾ ਦਿੱਤਾ, ਕਿਨਾਰਾ ਕਰ ਲਿਆ ਉਹ ਅਹੁਦਾ ਲੈਣ ਤੋਂ। ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖ ਕੌਮ ਦੇ ਵਿੱਚ ਤੋਏ ਤੋਏ ਹੋਣ ਲੱਗ ਪਈ ਸੀਗੀ ਅਕਾਲੀ ਦਲ ਬਾਦਲ ਦੀ ਕਿ ਉਹ ਸਾਰਾ ਕੁਝ ਜਿਹੜਾ ਸਿੱਖਾਂ ਦੇ ਲਈ ਤਕਲੀਫਦੇਹ ਆ, ਪੰਥ ਦੇ ਲਈ ਤਕਲੀਫਦੇਹ ਆ, ਉਹ ਸਾਰਾ ਕੁਝ ਵਾਰ-ਵਾਰ ਕਿਉਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ। ਫਿਰ ਜਦੋਂ ਇਹ ਫਜ਼ੀਹਤ ਹੋਈ ਤੇ ਇਸ ਸਭ ਤੋਂ ਬਾਅਦ ਹੁਣ ਫਰਜ਼ਾਨਾ ਆਲਮ ਤੋਂ ਜਨਰਲ ਸਕੱਤਰ ਦਾ ਅਹੁਦਾ ਜਿਹੜਾ ਉਹ ਵਾਪਸ ਲੈ ਲਿਆ ਗਿਆ। ਪਰ ਕਦੀ-ਕਦੀ ਕੁਝ ਚੀਜ਼ਾਂ ਇਹੋ ਹੁੰਦੀਆਂ ਨੇ ਕਿ ਉਹ ਭਾਵੇਂ ਜਿੰਨਾ ਮਰਜ਼ੀ ਉਹਨਾਂ ਨੂੰ ਧੋਣ ਦੀ ਕੋਸ਼ਿਸ਼ ਕਰ ਲਓ, ਉਹਨਾਂ ਦਾਗਾਂ ਨੂੰ, ਉਹ ਦਾਗ ਮਿਟਦੇ ਨਹੀਂ ਹੈ। ਉਹ ਗਲਤੀਆਂ ਸਮਰਦੀਆਂ ਨਹੀਂ ਹੈ, ਸੁਧਰਦੀਆਂ ਨਹੀਂ। ਇਹੀ ਹਾਲ ਹੈ ਕਿ ਸੁਮੇਧ ਸੈਣੀ ਦਾ ਜਦੋਂ ਜ਼ਿਕਰ ਚੱਲਦਾ ਆ, ਜੋ ਕੁਝ ਉਹਨੇ ਕੀਤਾ ਸੀਗਾ ਤੇ ਹੁਣ ਜਿਹੜੇ ਅਹੁਦੇ ਉਹਨੂੰ ਦਿੱਤੇ ਗਏ ਸੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੇ ਵੱਲੋਂ, ਉਹਨਾਂ ਦੇ ਉੱਤੇ ਸਵਾਲ ਉੱਠਦੇ ਨੇ। ਇਜ਼ਹਾਰ ਆਲਮ ਦੇ ਪਰਿਵਾਰ ਨੂੰ ਜਿੰਨੀ ਪੁਸ਼ਤ ਪਨਾਹੀ ਕੀਤੀ ਗਈ ਅਕਾਲੀ ਭਾਜਪਾ ਦੇ ਵੱਲੋਂ, ਉਹਦੇ ਉੱਤੇ ਸਵਾਲ ਉੱਠਦੇ ਨੇ।
ਹੁਣ ਭਾਵੇਂ ਅਕਾਲੀ ਦਲ ਆਪਣੀਆਂ ਗਲਤੀਆਂ ਸੁਧਾਰ ਕੇ ਆਪਣਾ ਅਕਸ ਸਵਾਰਨ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ, ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਵੱਡੀਆਂ ਬੱਜਰ ਕੁਤਾਹੀਆਂ ਕਵਾਂਗੇ, ਇਹਨਾਂ ਨੂੰ ਗਲਤੀਆਂ ਵੀ ਨਹੀਂ ਕਵਾਂਗੇ, ਬੱਜਰ ਕੁਤਾਹੀਆਂ ਜਿਹੜੀਆਂ ਅਕਾਲੀ ਦਲ ਨੇ ਕੀਤੀਆਂ ਨੇ, ਆਪਣੇ ਇਤਿਹਾਸ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹੜਾ ਸੁਨਹਿਰੀ ਇਤਿਹਾਸ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਕਾਲੀ ਦਲ ਦੇ ਲਈ ਨੁਕਸਾਨਦਾਇਕ ਸਾਬਤ ਹੋ ਰਹੀਆਂ ਨੇ। ਹੁਣ ਫਰਜ਼ਾਨਾ ਆਲਮ ਦਾ ਨਾਮ ਜਿਹੜਾ ਉਹ ਵਾਪਸ ਲੈ ਲੈਣਾ, ਤੇ ਇਹਦੇ ਤੋਂ ਬਾਅਦ ਕੀ ਕਿਰਨਜੋਤ ਕੌਰ ਬੀਬੀ ਜਿਹੜੀ ਹੈ ਉਹ ਅਹੁਦਾ ਸਵੀਕਾਰ ਕਰੇਗੀ ਜਾਂ ਨਹੀਂ ਸਵੀਕਾਰ ਕਰੇਗੀ, ਜਾਂ ਫਿਰ ਇਸ ਕਦਮ ਦੇ ਨਾਲ ਅਕਾਲੀ ਦਲ ਦੇ ਨਾਲ ਹੁਣ ਪੰਥ ਦੇ ਵਿੱਚ ਸਾਖ ਸੰਵਰ ਸਕੇਗੀ ਜਾਂ ਨਹੀਂ ਸੰਵਰ ਸਕੇਗੀ ਅਕਾਲੀ ਦਲ ਦੀ, ਇਹ ਵੱਡਾ ਸਵਾਲ ਇਸ ਵੇਲੇ ਮੂੰਹ ਟੱਡੀ ਖੜਾ ਹੈ ਮਨਦੀਪ ਜੀ। ਜੀ ਬਿਲਕੁਲ, ਔਰ ਮੇਰੇ ਖਿਆਲ ਨਾਲ ਇੱਕ ਤੋਂ ਬਾਅਦ ਇੱਕ ਜਿਹੜੀਆਂ ਇਹ ਬੱਜਰ ਕੁਤਾਹੀਆਂ ਜਿਹੜੀਆਂ ਸੀ ਪਿਛਲੀ ਸਰਕਾਰ ਸਮੇਂ ਵੀ ਹੁੰਦੀਆਂ ਰਹੀਆਂ, ਇਸ ਕਰਕੇ ਸ਼ਾਇਦ ਅੱਜ ਅਕਾਲੀ ਦਲ ਇਸ ਸਥਾਨ ਤੇ ਹੈ ਕਿ ਜਿਹੜੀ ਮੁੱਖ ਵਿਰੋਧੀ ਧਿਰ ਆ, 10 ਸਾਲ ਸਰਕਾਰ ਰਹਿਣ ਤੋਂ ਬਾਅਦ ਮੁੱਖ ਵਿਰੋਧੀ ਧਿਰ ਬਣਨਾ ਵੀ ਨਸੀਬ ਨਹੀਂ ਹੋਇਆ। ਖੈਰ ਜਸਵੀਰ ਜੀ, ਹੁਣ ਸਮਾਂ ਹੋਰ ਜਿਹੜਾ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ, ਸੋ ਖਬਰਾਂ ਤੇ ਚਰਚਾ ਕਰਨ ਲਈ ਤੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮਨਦੀਪ ਜੀ। ਜੀ, ਸੋ ਇਹ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਨਿਊਜ਼ ਦੈਟ ਮੈਟਰਸ, ਜਿਹਦੇ ਵਿੱਚ ਅਸੀਂ ਕੀਤੀ ਖਾਸ ਖਬਰਾਂ ਤੇ ਚਰਚਾ। ਖਬਰਾਂ ਉਹ ਸੀ ਜਿਹੜੀਆਂ ਤੁਹਾਡੇ ਲਈ ਮੈਟਰ ਕਰਦੀਆਂ ਨੇ ਤੇ ਸਾਡੇ ਲਈ ਵੀ ਮੈਟਰ ਕਰਦੀਆਂ ਨੇ। ਸੋ ਇਸੇ ਤਰ੍ਹਾਂ ਅਸੀਂ ਫੇਰ ਆਵਾਂਗੇ, ਫੇਰ ਕਰਾਂਗੇ ਖਾਸ ਖਬਰਾਂ ਤੇ ਚਰਚਾ। ਤਦ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ TV ਪੰਜਾਬ।